ਪ੍ਰੋਗਰਾਮ ਰੂਬਰੂ ਦੇ ਵਿੱਚ ਅੱਜ ਸਾਡੇ ਨਾਲ ਨੇ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਜੀ। ਸੁਰਜੀਤ ਪਾਤਰ ਜੀ ਪੰਜਾਬੀ ਕਵਿਤਾ ਦਾ ਬਹੁਤ ਵੱਡਾ ਨਾਮ ਨੇ। ਇੱਕ ਤਰ੍ਹਾਂ ਨਾਲ ਕਿਹਾ ਜਾਏ ਤਾਂ ਪੰਜਾਬੀ ਕਵਿਤਾ ਦੇ ਪਰਿਆਏ ਨੇ ਸੁਰਜੀਤ ਪਾਤਰ ਜੀ। ਪਦਮ ਸ਼੍ਰੀ ਨੇ, ਸਰਸਵਤੀ ਅਵਾਰਡ ਨਾਲ ਸਨਮਾਨਿਤ ਨੇ, ਭਾਸ਼ਾ ਵਿਭਾਗ ਦਾ ਸਿਰਮੌਰ ਅਵਾਰਡ ਵੀ ਉਹਨਾਂ ਨੂੰ ਮਿਲ ਚੁੱਕਿਆ ਅਤੇ ਇਸ ਤੋਂ ਇਲਾਵਾ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਅਵਾਰਡ ਵੀ 1993 ਵਿੱਚ ਮਿਲ ਚੁੱਕਿਆ। ਲੇਕਿਨ ਉਹ ਇਹਨਾਂ ਸਾਰੇ ਪੁਰਸਕਾਰਾਂ ਤੋਂ ਉੱਪਰ ਨੇ। ਉਹ ਪੰਜਾਬੀ ਸ਼ਾਇਰੀ ਦੀ ਰੂਹ ਨੇ ਅਤੇ ਪੰਜਾਬੀ ਸ਼ਾਇਰੀ ਉਹਨਾਂ ਦਾ ਨਾਮ ਲੈ ਕੇ ਚੱਲਦੀ ਹੈ ਅਤੇ ਅੱਜ ਅਸੀਂ ਤੁਹਾਡੇ ਨਾਲ ਉਹਨਾਂ ਨੂੰ ਰੂਬਰੂ ਕਰ ਰਹੇ ਹਾਂ। ਸੁਰਜੀਤ ਪਾਤਰ ਜੀ, ਤੁਹਾਡਾ ਆਕਾਸ਼ਵਾਣੀ ਦੇ ਸਟੂਡੀਓ ਵਿੱਚ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਲਖਵਿੰਦਰ ਜੀ, ਤੁਹਾਡੇ ਇਹਨਾਂ ਪਿਆਰੇ ਬੋਲਾਂ ਲਈ ਵੀ ਬਹੁਤ ਸ਼ੁਕਰੀਆ। ਔਰ ਆਕਾਸ਼ਵਾਣੀ ਆਕਾਸ਼ਵਾਣੀ ਦੇ ਪ੍ਰੋਗਰਾਮ ਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਔਰ ਸਤਿਕਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸੁਰਜੀਤ ਪਾਤਰ ਜੀ ਜਦੋਂ ਤੋਂ ਜਿਹੜਾ ਉਹ ਕਾਲਜ ਦੇ ਵਿੱਚ ਪੜ੍ਹਨ ਲੱਗੇ, ਕਪੂਰਥਲਾ ਕਾਲਜ ਦੇ ਵਿੱਚ, ਅਤੇ ਉਸ ਤੋਂ ਬਾਅਦ ਜਦੋਂ ਤੋਂ ਜਿਹੜਾ ਉਹ ਪੰਜਾਬੀ ਸਾਹਿਤ ਦੇ ਨਾਲ ਨਾਲ ਵਿਚਰਨ ਲੱਗੇ, ਕਵਿਤਾ ਉਹਨਾਂ ਦੇ ਨਾਲ ਨਾਲ ਰਹੀ, ਕਵਿਤਾ ਉਹਨਾਂ ਦੀ ਪਛਾਣ ਬਣ ਗਈ। ਅਤੇ ਪਾਤਰ ਜੀ, ਅਸੀਂ ਸਭ ਤੋਂ ਪਹਿਲਾਂ ਇਹੀ ਗੱਲ ਇੱਥੋਂ ਹੀ ਸ਼ੁਰੂ ਕਰਨੀ ਚਾਹਾਂਗੇ ਕਿ ਤੁਹਾਨੂੰ ਪਹਿਲੀ ਵਾਰੀ ਕਦੋਂ ਇਹ ਅਹਿਸਾਸ ਹੋਇਆ ਕਿ ਤੁਸੀਂ ਅਸਲ ਦੇ ਵਿੱਚ ਕਵਿਤਾ ਲਈ ਪੈਦਾ ਹੋਏ ਹੋ ਅਤੇ ਕਵਿਤਾ ਦੇ ਨਾਲ ਨਾਲ ਤੁਹਾਡੀ ਦੋਸਤੀ ਜਿਹੜੀ ਹੈ ਉਹ ਵਧੀ ਫੁੱਲੀ ਅੱਜ ਤੱਕ, ਅਤੇ ਕਦੋਂ ਪਹਿਲੀ ਵਾਰੀ ਅਹਿਸਾਸ ਹੋਇਆ ਕਿ ਤੁਸੀਂ ਜਿਹੜਾ ਉਹ ਕਵਿਤਾ ਲਿਖਣੀ ਹੈ ਜਾਂ ਇਹ ਕਵਿਤਾ ਤੁਹਾਡੇ ਲਈ ਹੈ? ਲਖਵਿੰਦਰ, ਇਸ ਤਰ੍ਹਾਂ ਸੀ ਕਿ ਮੇਰਾ ਬਹੁਤ ਚਿਰ ਤਾਂ ਕਵਿਤਾ ਨਾਲ ਇੱਕ ਪਾਸੀ ਪਿਆਰ ਰਿਹਾ ਕਿ ਮੈਂ ਕਵਿਤਾ ਨੂੰ ਬਹੁਤ ਪਿਆਰ ਕਰਦਾ ਸੀ। ਬਚਪਨ ਤੋਂ ਹੀ ਮੈਨੂੰ ਸੀਗਾ ਕਿ ਮੈਂ ਕਿਤੇ ਬੇਸ਼ੱਕ ਉਹ ਗਮੰਤਰੀਆਂ ਦੇ ਰੂਪ 'ਚ ਕਵਿਤਾ ਹੋਵੇ, ਅਲਗੋਜ਼ਿਆਂ ਵਾਲੇ, ਟੜ ਸਰੰਗੀ ਵਾਲੇ, ਕੀਰਤਨ ਦੇ ਰੂਪ ਵਿੱਚ, ਤੋ ਕਵਿਤਾ ਮੈਨੂੰ ਬਹੁਤ ਖਿੱਚ ਪਾਉਂਦੀ ਸੀਗੀ ਔਰ ਮੇਰਾ ਜੀ ਕਰਦਾ ਸੀ ਕਿ ਮੈਂ ਇੱਦਾਂ ਲਿਖ ਸਕਾਂ, ਇੱਦਾਂ ਗਾ ਸਕਾਂ। ਪਰ ਮੈਂ ਬਹੁਤ ਸਾਲ, ਜਿਵੇਂ ਮੈਂ ਕਹਿੰਦਾ ਕਿ ਮੈਂ ਖੂਹ ਪੁੱਟ ਰਿਹਾ ਸੀਗਾ ਜਿਹਦੇ ਵਿੱਚੋਂ ਪਾਣੀ ਨਹੀਂ ਆ ਰਿਹਾ ਸੀਗਾ, ਮਿੱਟੀ ਆ ਰਹੀ ਸੀ। ਮੈਂ ਜਾਣੀ ਸਮਝੋ ਕਿ 7ਵੀਂ 8ਵੀਂ 'ਚ ਵੀ, ਉਹ ਤੋਂ ਬਾਅਦ ਵੀ 9ਵੀਂ 10ਵੀਂ ਬਸ ਤੁਕਬੰਦੀ ਕਰਦਾ ਸੀਗਾ, ਜਾਂ ਕਦੀ ਗੁਰਪੁਰਬ ਆਏ ਉਹਨਾਂ ਨੇ ਕਹਿਣਾ ਤੁਸੀਂ ਗੁਰੂ ਨਾਨਕ ਸਾਹਿਬ ਦੇ, ਗੁਰੂ ਸਾਹਿਬਾਨ 'ਤੇ ਕਵਿਤਾ ਲਿਖੋ। ਪਰ ਉਹ ਤਦ ਤੱਕ ਅਜੇ ਕਵਿਤਾ 'ਚ ਵਿੱਚ ਮੇਰੇ ਲਫ਼ਜ਼ਾਂ ਵਿੱਚ ਅਹਿਸਾਸ ਨਹੀਂ ਆਉਣ ਲੱਗੇ ਸੀਗੇ। ਉਹ ਸਿਰਫ ਇੱਕ ਤੁਕਬੰਦੀ ਜਾਂ ਇੱਕ ਸੰਰਚਨਾ ਜੀ ਮੈਂ ਬਣਾ ਦਿੰਦਾ ਸੀਗਾ, ਲੇਕਿਨ ਉਹਦੇ 'ਚ ਜਿਸ ਤਰ੍ਹਾਂ ਜਾਨ ਨਹੀਂ ਸੀ ਮੈਨੂੰ ਮਹਿਸੂਸ ਹੋ ਰਹੀ। ਤਾਂ ਮੈਂ ਪਹਿਲੀ ਵਾਰੀ, ਤਦ ਤੱਕ ਮੈਂ ਗੀਤ ਵੀ ਧੀੜ ਚੁੱਕਾ ਸੀ ਕੁਛ ਤਰ੍ਹਾਂ ਦੇ, ਲੇਕਿਨ ਮੈਨੂੰ ਲੱਗਦਾ ਸੀ ਕਿ ਨਹੀਂ, ਇਹ ਮਿੱਟੀ ਅਜੇ ਆ। ਅਤੇ ਜਦੋਂ ਪਹਿਲੀ ਵਾਰ ਮੈਨੂੰ ਲੱਗਾ, ਮੈਂ ਕਵਿਤਾ ਗਾਇਕਾ ਲਿਖੀ ਸੀ, ਅਤੇ ਉਹ ਕਵਿਤਾ ਜਿਹੜਾ ਲਿਖਣ ਦਾ ਪ੍ਰਕਿਰਿਆ ਸੀ ਉਹ 'ਚ ਮੈਨੂੰ ਦੱਸ ਵੀ ਹਾਂ ਕਵਿਤਾ ਇੱਦਾਂ ਆਉਂਦੀ ਹੈ, ਕਵਿਤਾ ਇਹ ਕਵਿਤਾ ਹੁੰਦੀ ਹੈ। ਅਤੇ ਉਦੋਂ ਮੈਂ ਜਿਹੜੀ ਉਸ ਕਵਿਤਾ ਦੇ ਵਿੱਚ ਬਾਬਾ ਬਲਵੰਤ ਮੇਰੇ ਬਹੁਤ, ਉਸ ਵੇਲੇ ਬਹੁਤ ਕਵੀ ਮੈਂ ਪੜ੍ਹੇ, ਪਰ ਬਾਬਾ ਬਲਵੰਤ ਮੈਨੂੰ ਸਾਰਿਆਂ ਤੋਂ ਇੱਦਾਂ ਲੱਗਦੇ ਸੀ ਕਿ ਇਹ ਮੇਰੇ ਬਹੁਤ ਨੇੜੇ ਆ। ਤਾਂ ਉਸ ਕਵਿਤਾ 'ਤੇ ਵੀ ਕੁਛ ਉਹਨਾਂ ਦਾ ਪ੍ਰਭਾਵ ਹੈ ਕਿ ਉੱਥੇ ਮੈਂ ਇਹ ਹੈ ਕਿ ਇੱਕ ਗਾਇਕਾ ਮੇਰਾ ਗੀਤ ਗਾ ਰਹੀ ਆ, ਅਤੇ ਮੈਂ ਉੱਥੇ ਜਿਹੜੇ ਬਿੰਬ ਲਿਆਉਣਾ ਇੱਦਾਂ ਕਿ ਅੱਜ ਤੂੰ ਮੇਰਾ ਗੀਤ ਗਾਵਿਆਂ, ਜ਼ਖਮੀ ਹੰਸ ਉੱਡੇ ਸਰਵਰ 'ਚੋਂ, ਪਾਣੀ ਵਿੱਚ ਪਿਆਜ਼ੀ ਰਵਾਂ, ਜਲ ਤਲ ਨੂੰ ਝਰਨਾਟਾਂ ਛਿੜੀਆਂ। ਉਹ 'ਚ ਸਾਰੀ ਜਿਹੜੀ ਬਿੰਬਾਵਲੀ ਆ, ਉਹ 'ਚ ਮੈਨੂੰ ਲੱਗਾ ਕਿ ਹਾਂ, ਉਹ ਮੈਨੂੰ ਪਤਾ ਨਹੀਂ ਸੀ ਵੀ ਬਿੰਬਾਵਲੀ ਮੇਰੇ ਅੰਦਰ ਹੈ ਇਹੋ, ਕਿ ਉਹ ਮੈਨੂੰ ਪਹਿਲੀ ਵਾਰੀ ਉਦੋਂ ਲੱਗਿਆ ਕਿ ਹਾਂ, ਇਹੋ ਜਿਸ ਤਰ੍ਹਾਂ ਮਤਲਬ ਤੜਪ ਕੇ ਮੈਂ ਉਹ ਚੀਜ਼ ਲਿਖੀ ਜਾਂ ਥਰਥਰਾ ਕੇ ਲਿਖੀ, ਤਾਂ ਮੈਨੂੰ ਅਹਿਸਾਸ ਹੋਇਆ ਕਿ ਕਵੀ ਹੋਣ ਦਾ ਪਹਿਲੀ ਵਾਰ। ਅਸਲ ਦੇ ਵਿੱਚ ਜਦੋਂ ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ ਕਵਿਤਾਵਾਂ ਲਿਖੀਆਂ, ਜਦੋਂ ਤੁਸੀਂ ਜਿਹੜਾ ਉਹ ਸਥਾਪਿਤ ਹੋਣਾ ਸ਼ੁਰੂ ਹੋਏ, ਮੈਂ ਉਹਨੂੰ ਕਹਿ ਸਕਦਾ, ਉਸ ਵੇਲੇ ਦਾ ਦੌਰ ਜਿਹੜਾ ਆ ਉਹ ਅਸਲ ਵਿੱਚ ਪ੍ਰਗੀਤਕ ਦੌਰ ਨਹੀਂ ਹੈਗਾ। ਉਸ ਵੇਲੇ ਦਾ ਦੌਰ ਕਾਫੀ ਤੱਤੀਆਂ ਕਵਿਤਾਵਾਂ ਦਾ ਦੌਰ ਵੀ ਹੈ ਸੀਗਾ। ਔਰ ਤੁਹਾਡੀਆਂ ਜਿਹੜੀਆਂ ਬਹੁਤ ਸਾਰੀਆਂ ਕਵਿਤਾਵਾਂ ਜਿਹੜੀਆਂ ਆਮ ਤੌਰ 'ਤੇ ਸਾਡੀ ਪੀੜ੍ਹੀ ਦੇ, ਤੁਹਾਡੇ ਤੋਂ ਬਾਅਦ ਵਾਲੀ ਪੀੜ੍ਹੀ ਦੇ ਜਿਹੜਾ ਉਹ ਜ਼ੁਬਾਨ 'ਤੇ ਚੜ੍ਹੀਆਂ ਹੋਈਆਂ ਵੀ ਹੈ, ਜਿਹਦੇ ਵਿੱਚ ਜਿਹੜਾ ਉਹ ਬੁੱਢੀ ਜਾਦੂਗਰਨੀ ਹੈ, ਜਿਹਦੇ ਵਿੱਚ ਪੁਲ ਹੈ, ਜਿਹਦੇ ਵਿੱਚ ਰੇਡੀਓ ਹੈ। ਮਤਲਬ ਇਹ ਕਵਿਤਾਵਾਂ ਜਿਹੜੀਆਂ ਨੇ, ਜਦੋਂ ਤੁਸੀਂ ਇਹ ਕਵਿਤਾਵਾਂ ਲਿਖੀਆਂ, ਲੇਕਿਨ ਜਦੋਂ ਤੁਸੀਂ ਕਿਤਾਬ ਛਪਵਾਈ ਅਤੇ ਉਹ ਤੁਹਾਡੀ ਪਹਿਲੀ ਕਿਤਾਬ ਜਿਹੜੀ ਉਹ ਸੀਗੀ ਹਵਾ 'ਚ ਲਿਖੇ ਹਰਫ, ਜਿਹੜੀ ਗਜ਼ਲ ਦੀ ਕਿਤਾਬ ਹੈ। ਅਤੇ ਪ੍ਰਗੀਤਕ ਮਤਲਬ ਹੋਣਾ
ਤੇ ਖੁੱਲੀ ਕਵਿਤਾ ਦੀ ਉਸ ਤੱਤੇ ਦੌਰ ਦੇ ਵਿੱਚੋਂ ਗੁਜ਼ਰਨਾ, ਉਹ ਕਿਸ ਤਰ੍ਹਾਂ ਦਾ ਅਨੁਭਵ ਸੀ ਤੁਹਾਡਾ? ਇਹ ਇੱਕ ਅਜਬ ਕਹਾਣੀ ਇੱਦਾਂ ਹੈ ਕਿ ਜਦੋਂ ਅਸੀਂ ਕਾਲਜ 'ਚ ਸੀਗੇ ਹਾਂਜੀ। ਤਾਂ ਉਸ ਵੇਲੇ ਗਜ਼ਲ ਦੇ ਬਹੁਤ ਖਿਲਾਫ ਸੀ, ਆਲੋਚਕ ਵੀ ਪੰਜਾਬੀ ਦੇ ਗਜ਼ਲ ਦੇ ਖਿਲਾਫ ਸੀ, ਜਿਹੜੇ ਚੰਗੇ ਕਵੀ ਸੀ ਉਹ ਵੀ ਖਿਲਾਫ ਸੀ। ਉਹ ਕਹਿੰਦੇ ਸੀ ਗਜ਼ਲ ਜਿਹੜੀ ਇੱਕ ਉਹ ਖੰਡਿਤ ਕਾਵਿ ਰੂਪ ਹੈ ਠੀਕ ਹੈ। ਕਿ ਇੱਕ ਸ਼ੇਰ ਕਿਸੇ ਪਾਸੇ ਜਾ ਰਿਹਾ, ਦੂਜਾ ਸ਼ੇਰ ਕਿਸੇ ਪਾਸੇ ਜਾ ਰਿਹਾ। ਸੋ ਸਾਡੇ ਮਨ 'ਚ ਗਜ਼ਲ ਲਈ ਇੱਕ ਇੱਦਾਂ ਦਾ ਬੰਧਨ ਜਿਹਾ ਪੈਦਾ ਕਰਤਾ ਕਿ ਗਜ਼ਲ ਨਹੀਂ ਲਿਖਣੀ। ਪਰ ਇਹ ਸੀ ਕਿ ਗਜ਼ਲ ਮੈਂ ਪੜ੍ਹਦਾ ਬਹੁਤ ਸੀਗਾ ਜਾਂ ਸੁਣਦਾ ਬਹੁਤ ਸੀ ਕਿ ਰੇਡੀਓ 'ਤੇ ਇੱਕ ਪ੍ਰੋਗਰਾਮ ਹੁੰਦਾ ਸੀਗਾ ਸਵਰ ਲਹਿਰੀ, ਉਹ ਵਿਵਧ ਭਾਰਤੀ ਦਾ ਸ਼ਾਇਦ ਪ੍ਰੋਗਰਾਮ ਸੀ, ਅਤੇ ਬੇਗਮ ਅਖਤਰ ਗਾਰੀਆ ਕਿ ਫੂਲ ਖਿਲੇ हैं गुलशन गुलशन लेकिन अपना अपना दामन, कोई बताए राज ये क्या है हिजर की रात और इतनी रोशन। कि मतलब गज़ल मेरी रूह ਨੂੰ ਬਹੁਤ ਟੁੰਬਦੀ ਸੀ। ਜਾਣੀ ਉਹਨੇ ਦਿਨੀ ਗਾਲਿਬ ਗੁਰਮੁਖੀ ਅੱਖਰਾਂ 'ਚ ਲਿਖਿਆ, ਪ੍ਰੋਫੈਸਰ ਜੋਗਿੰਦਰ ਸਿੰਘ ਉਹਨਾਂ ਦਾ ਕੀਤਾ ਹੋਇਆ ਲਿਪੀ ਅੰਤਰਨ ਉਹਦਾ ਭਾਸ਼ਾ ਵਿਭਾਗ ਦਾ ਛਾਪਿਆ ਮਿਲਦਾ ਸੀ। ਮੈਂ ਉਹ ਸਾਰਾ ਬੇਸ਼ੱਕ ਮੈਨੂੰ ਸਮਝ ਨਹੀਂ ਪਿਆ, ਲੇਕਿਨ ਮੈਂ ਉਹਨੂੰ ਪੜ੍ਹਿਆ, ਇਕਬਾਲ ਨੂੰ ਪੜ੍ਹਿਆ, ਮੀਰ ਤਕੀ ਮੀਰ ਨੂੰ ਪੜ੍ਹਿਆ, ਫੈਜ਼ ਅਹਿਮਦ ਫੈਜ਼, ਕਿ ਗਜ਼ਲ ਖਿੱਚ ਬਹੁਤ ਪਾਉਂਦੀ ਸੀ। ਲੇਕਿਨ ਇਹ ਗਜ਼ਲ ਮੈਂ ਲਿਖੀ ਨਾ, ਲਿਖਦਾ ਮੈਂ ਨਜ਼ਮਾਂ ਰਿਹਾ। ਜੋ ਪ੍ਰੀਤਲੜੀ 'ਚ ਪਹਿਲੀ ਵਾਰੀ ਮੇਰੀਆਂ ਛਪੀਆਂ ਚੀਜ਼ਾਂ ਤੋਂ 5-6 ਨਜ਼ਮਾਂ ਹੀ ਸੀਗੀਆਂ। ਤੋ ਪਰ ਜਦੋਂ ਮੈਂ ਪਟਿਆਲੇ ਆਇਆ MA ਕਰਨ ਵਾਲੇ ਸਾਲ, ਉਦੋਂ ਮੈਂ ਇੱਕ ਦਿਨ ਅਚਾਨਕ ਯਾਨੀ ਮੈਂ ਕਹਿੰਦਾ ਹੁੰਦਾ ਕਿ ਮੈਂ ਆਪਣੇ ਆਪ ਨੂੰ ਗਜ਼ਲ ਲਿਖਦਾ ਹੋਇਆ ਪੜ੍ਹ ਲਿਆ ਕਿ ਮੈਂ ਜਿਹੜੀ ਕੋਈ ਡਾਲੀਆਂ 'ਚ ਲੰਘਿਆ ਹਵਾ ਬਣ ਕੇ, ਹੈ ਨਾ। ਮਤਲਬ ਉਹ ਜਿੱਦਾਂ ਕਿ ਇੱਕ ਆਲੋਚਨਾਤਮਕ ਬੰਧਨ ਨੂੰ ਤੋੜ ਕੇ, ਮੇਰੇ ਸਵੈ ਬੰਧਨ ਨੂੰ ਹੀ ਤੋੜ ਕੇ, ਜਿਹੜੀ ਸਿਰਜਣਾਤਮਕਤਾ ਸੀ ਉਹਨੇ ਆਪਣੇ ਲਈ ਮੇਰੇ ਸਮਝ ਲਓ ਕਿ ਸਬਕੌਂਸ਼ੀਅਸ 'ਚੋਂ ਉਹਨੇ ਰਾਹ ਬਣਾਇਆ। ਅਤੇ ਉਦੋਂ ਹੀ ਮੇਰਾ ਸੂਰਜ ਡੁੱਬਿਆ ਹੈ, ਤੇਰੀ ਸ਼ਾਮ ਨਹੀਂ ਹੈ, ਇਹ ਸਾਰੀਆਂ ਚੀਜ਼ਾਂ, ਜਾਂ ਪੀਲੇ ਪੱਤਿਆਂ 'ਤੇ ਬਬਤਰ ਹਲਕੇ ਹਲਕੇ, ਉਹ ਮੈਂ 3-4 ਗਜ਼ਲਾਂ ਉਹਨਾਂ ਦਿਨਾਂ 'ਚ ਲਿਖੀਆਂ। ਅਤੇ ਮੈਂ ਅਖੀਰ ਇੱਦਾਂ ਮਹਿਸੂਸ ਕੀਤਾ ਕਿ ਗਜ਼ਲ ਤੋਂ ਬਿਨਾਂ ਵੀ ਮੈਂ ਅਧੂਰਾ ਰਹਿਣਾ ਸੀਗਾ, ਕਿ ਬਹੁਤ ਕੁਝ ਅਣਕਿਹਾ ਰਹਿ ਜਾਣਾ ਸੀਗਾ ਜੇ ਮੈਂ ਗਜ਼ਲ ਨਾ ਲਿਖਦਾ। ਮੈਂ ਨਾ ਤੁਹਾਡਾ ਇੱਕ ਆਰਟੀਕਲ ਪੜ੍ਹਿਆ ਸੀ ਉਹਨਾਂ ਦਿਨਾਂ ਦੇ ਵਿੱਚ ਹੀ, ਅਲੰਕਾਰ ਮੈਗਜ਼ੀਨ ਸੀ ਸ਼ਾਇਦ, ਸ਼ਬਦਾ ਲੁਧਿਆਣੇ ਤੋਂ ਹੀ। ਉਹਦੇ 'ਚ ਤੁਸੀਂ ਜਿਹੜਾ ਉਹ ਗਜ਼ਲ ਦੇ ਬਹੁਤਾ ਹੱਕ 'ਚ ਨਹੀਂ ਲਿਖਿਆ ਸੀਗਾ। ਤੁਸੀਂ ਮਤਲਬ ਇਸ ਤਰ੍ਹਾਂ ਦੀ ਸਿਮਲੀ ਦਿੱਤੀ ਸੀਗੀ ਕਿ ਜਿਵੇਂ ਤਾਰਿਆਂ ਨੂੰ ਤੁਸੀਂ ਕਹੋ ਕਿ ਉਹ ਪਰੇਡ ਕਰਨ ਜਾਂ ਉਹਨਾਂ ਨੂੰ ਕਤਾਰਾਂ 'ਚ ਖੜੇ ਕਰ ਦਿਓ ਤਾਂ ਅਸਮਾਨ ਜਿਹੜਾ ਉਹ ਕਿਸ ਤਰ੍ਹਾਂ ਦਾ ਲੱਗੇਗਾ ਦੇਖਣ ਨੂੰ। ਇਸ ਕਰਕੇ ਇਹ ਤਾਰਿਆਂ ਦੀ ਜੜਤ ਜਿਹੜੀ ਹੈ ਉਹ ਉਹਦੇ 'ਚ ਕਿਸੇ ਤਰਤੀਬ ਵਿੱਚ ਨਹੀਂ ਹੁੰਦੀ, ਮਤਲਬ ਇਸ ਤਰ੍ਹਾਂ ਦੀ ਗੱਲ ਕਰਕੇ। ਅਤੇ ਮੇਰੇ ਮਨ 'ਚ ਜਿਹੜਾ ਪਹਿਲਾ ਪ੍ਰਭਾਵ ਤੁਹਾਡਾ ਇਹ ਬਣਿਆ ਸੀ ਕਿ ਜਿਵੇਂ ਤੁਸੀਂ ਜਿਹੜਾ ਉਸ ਖੁੱਲ੍ਹੀ ਕਵਿਤਾ ਨੂੰ ਜਾਂ ਖੁੱਲ੍ਹੇ ਵਹਾਅ ਨੂੰ ਕਹਿਣਾ ਚਾਹੀਦਾ ਕਿ ਵਿਚਾਰਾਂ ਦੇ ਜਿਹੜਾ ਫਰੀ ਫਲੋ ਨੂੰ ਸ਼ਾਇਦ ਤੁਸੀਂ ਜਿਹੜਾ ਉਹ ਜ਼ਿਆਦਾ ਪਸੰਦ ਕਰਦੇ ਹੋ। ਲੇਕਿਨ ਜਦੋਂ ਹਵਾ 'ਚ ਲਿਖੇ ਹਰਫ ਅਸੀਂ ਪੜ੍ਹੀ ਅਤੇ ਫਿਰ ਲੱਗਿਆ ਕਿ ਨਹੀਂ, ਜਿਹੜੀਆਂ ਗਜ਼ਲਾਂ ਇਹ ਆਈਆਂ ਨੇ, ਜਾਂ ਤੁਹਾਨੂੰ ਉਸ ਵੇਲੇ ਦੇ ਆਕਾਸ਼ਵਾਣੀ ਦੇ ਜਿਹੜੇ ਦੂਜੇ ਕਵੀ ਦਰਬਾਰ ਹੁੰਦੇ ਸੀ, ਕਵੀ ਸੰਮੇਲਨ ਹੁੰਦੇ ਸੀ, ਮੈਂ ਪਹਿਲੀ ਵਾਰ ਤੁਹਾਨੂੰ ਸੁਣਿਆ ਅਤੇ ਉਹਦੇ ਵਿੱਚ ਮੈਂ ਜਿਹੜੀ ਗਜ਼ਲ ਮੇਰੇ ਮਨ ਦੇ ਵਿੱਚ ਪਹਿਲੀ ਵਾਰੀ ਉਤਰੀ ਤੁਹਾਡੀ, ਉਹ ਇਹੀ ਸੀ ਕਿ ਤੇਰਾ ਸੂਰਜ ਡੁੱਬਿਆ ਹੈ। ਮਤਲਬ ਇਸ ਤਰ੍ਹਾਂ ਕਰਕੇ ਉਹ ਲੱਗਦਾ ਕਿ ਇੱਕ ਬਹੁਤ ਸ਼ਕਤੀਸ਼ਾਲੀ ਮਤਲਬ ਕਾਵ ਜੜਤ ਜਿਹਨੂੰ ਆਪਾਂ ਕਹਿੰਦੇ ਆ, ਜਾਂ ਸ਼ਬਦਾਂ ਦੀ ਜੜਤ ਜਿਹੜੀ ਆ, ਉਹ ਜਿਸ ਤਰ੍ਹਾਂ ਗਜ਼ਲ ਦੇ ਵਿੱਚ ਤੁਹਾਡੇ ਹੱਥਾਂ ਨਾਲ ਆਈ, ਜਾਂ ਤੁਹਾਡੀ ਜਿਹੜੀ ਉਹ ਮਿਹਨਤ ਨਾਲ ਆਈ, ਜਾਂ ਤੁਹਾਡੇ ਫਲੋ ਨਾਲ ਆਈ, ਉਹ ਪੰਜਾਬੀ ਗਜ਼ਲ ਦੇ ਵਿੱਚ ਅੱਜ ਤੱਕ ਵੀ ਜਦੋਂ ਅਸੀਂ ਦੇਖਦੇ ਹਾਂ ਅਤੇ ਉਹ ਬਹੁਤ ਬਿਰਲੀ ਆ। ਹਾਲਾਂਕਿ ਮਤਲਬ ਤੁਹਾਡੇ ਸਮਕਾਲੀ ਵੀ, ਤੁਹਾਡੇ ਤੋਂ ਪਹਿਲੀ ਪੀੜ੍ਹੀ ਦੇ ਵੀ ਜਿਹੜਾ ਉਹ ਗਜ਼ਲ ਗੋਆ ਨੇ ਬਹੁਤ ਸਾਰੀਆਂ ਗਜ਼ਲਾਂ ਲਿਖੀਆਂ, ਪਰ ਇਹ ਨਿਵੇਕਲਾਪਨ ਜਿਹੜਾ ਤੁਹਾਡੇ ਮਤਲਬ ਪ੍ਰਗੀਤਕ ਦੂਜੇ ਰੌਂ ਦਾ, ਉਹ ਬਿਲਕੁਲ ਨਿਵੇਕਲਾਪਨ ਹੈ। ਅਤੇ ਤੁਸੀਂ ਆਪ ਇਸ ਚੀਜ਼ ਨੂੰ ਵੀ ਮੇਰਾ ਖਿਆਲ ਮਹਿਸੂਸ ਕਰਦੇ ਹੋ। ਅਤੇ ਅੱਜ ਜਦੋਂ ਮਤਲਬ ਹੁਣ ਬਹੁਤ ਸਮਾਂ ਪੈ ਗਿਆ, ਨਵੀਂ ਪੀੜ੍ਹੀ ਬਹੁਤ ਸਾਰੀ ਹੈ ਜਿਹੜੀ ਉਹ ਗਜ਼ਲਾਂ ਲਿਖ ਰਹੀ ਹੈ ਔਰ ਕਵਿਤਾ ਵੀ ਲਿਖ ਰਹੀ ਹੈ, ਲੇਕਿਨ ਗਜ਼ਲ ਪ੍ਰਧਾਨ ਇਸ ਵੇਲੇ ਵੀ ਇੱਕ ਦੌਰ ਜਿਹੜਾ ਉਹ ਚੱਲ ਰਿਹਾ। ਅਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਅੱਜ ਦੀ ਨਵੀਂ ਪੀੜ੍ਹੀ ਨੂੰ ਕਿਸ ਤਰ੍ਹਾਂ ਦੀ ਕਵਿਤਾ ਲਿਖਣੀ ਚਾਹੀਦੀ ਹੈ, ਜਾਂ ਕੀ ਤਵੱਕੋ ਰੱਖਦੇ ਹੋ ਉਹਨਾਂ ਤੋਂ? ਮੈਂ ਜਾਣੀ ਪਹਿਲੀ ਗੱਲ ਤਾਂ ਇਹੀ ਕਹਿਣੀ ਚਾਹੁੰਦਾ, ਜਿੱਦਾਂ ਮੈਂ ਇਹਦਾ ਸ਼ੁਰੂ ਕੀਤੀ ਕਿ ਸਾਡੇ ਲੌਜੀਕਲ ਜਾਂ ਸਾਡੇ ਤਰਕ ਦੇ ਕੁਝ ਬੰਧਨ ਹੁੰਦੇ ਆ, ਲੇਕਿਨ ਮੈਂ ਜਿਹੜੀ ਸਿਰਜਣਾਤਮਕਤਾ ਨੂੰ ਇਹ ਮੰਨਦਾ ਕਿ ਸਿਰਜਣਾਤਮਕਤਾ ਇੱਕ ਜਿਹਨੂੰ ਕਹਿੰਦੇ ਕਿ ਸੁਚੇਤ ਮਨ ਅਤੇ ਅਰਧ ਚੇਤਨ ਮਨ ਦੀ ਰਲੀ ਮਿਲੀ ਇੱਕ ਚੀਜ਼ ਹੈ। ਕਿ ਕਈ ਵਾਰ ਜਿਹੜੇ ਬਿੰਬ ਹੈ, ਖਿਆਲ ਹੈ, ਜਾਂ ਰਿਦਮ ਹੈ, ਜਾਂ ਸੁਰ ਹੈ, ਉਹ ਤੁਹਾਡੇ ਅਰਧ ਚੇਤਨ 'ਚੋਂ ਆਉਂਦੇ ਆ। ਤੋ ਗਜ਼ਲ ਵੀ ਜਿੱਦਾਂ ਮੈਂ ਕਹਿੰਦਾ ਕਿ ਮੈਂ ਨਹੀਂ ਸੀ ਚਾਹੁੰਦਾ ਲਿਖਣ, ਪਰ ਮੈਂ ਕਿਉਂਕਿ ਮੇਰਾ ਪਿਆਰ ਸੀ ਗਜ਼ਲ ਦਾ, ਉਹ ਫੁੱਟਿਆ। ਔਰ ਹੁਣ ਮੈਂ ਬਿਲਕੁਲ ਵੱਖਰੀ ਤਰ੍ਹਾਂ ਸੋਚਦਾ ਕਿ ਉਹ ਸ਼ਾਇਦ ਅਸੀਂ ਇੱਕ ਆਪਣੇ 'ਤੇ ਬਨੌਟੀ ਬੰਧਨ ਲਾ ਰਹੇ ਸੀ। ਤੋ ਨਵੇਂ ਕਵੀਆਂ ਨੂੰ ਜਾਂ ਅਗਲੀ ਪੁਸ਼ਤ ਨੂੰ ਵੀ ਮੈਂ ਇਹੀ ਕਹਿਣਾ ਚਾਹੁੰਦਾ ਹੁੰਦਾ ਵੀ ਕਦੀ ਵੀ ਫੈਸ਼ਨ ਮਗਰ ਨਾ ਜਾਓ ਕਿ ਕਵਿਤਾ 'ਚ ਜੋ ਫੈਸ਼ਨ ਹੈ ਜਾਂ ਆਲੋਚਕ ਤੁਹਾਡੇ ਕੋਲ ਕੀ
ਤੁਹਾਨੂੰ ਕਰਨ ਲਈ ਕੀ ਕਹਿ ਰਿਹਾ ਕਹਿੰਦੇ ਨੇ ਹਾਂ। ਕਿ ਸਿਰਫ ਤੁਸੀਂ ਇਹ ਕਿ ਆਪਣੀ ਜਿਹੜੀ ਆਪਣੇ ਮਨ ਦੀ ਗਹਿਰਾਈ 'ਚ ਉਤਰੋ। ਜਿਵੇਂ ਕਿਸੇ ਨੇ ਕਿਹਾ ਸੀ ਕਿ ਕਵਿਤਾ ਕਹਿ ਰਹੀ ਹੈ, ਕਵੀਆ ਤੂੰ ਚੁੱਪ ਕਰੇ ਤਾਂ ਮੈਂ ਬੋਲਾਂ। ਕਿ ਕਈ ਵਾਰੀ ਕਵੀ ਬਹੁਤ ਬੋਲਦਾ, ਕਿ ਕਵੀ ਆਪਣੇ ਬੰਧਨ ਉੱਤੇ ਲਾ ਦਿੰਦਾ, ਲੇਕਿਨ ਕਵਿਤਾ ਨੂੰ ਅਸੀਂ ਥੋੜ੍ਹੀ ਜਿਹੀ ਵੀ ਕਵਿਤਾ ਕਈ ਵਾਰੀ ਕਵੀ ਦੀ ਵੀ ਪਰਵਾਹ ਨਹੀਂ ਕਰਦੀ। ਮਤਲਬ ਕਵਿਤਾ ਨੂੰ ਆਪਾਂ ਇੱਦਾਂ ਬਿਲਕੁਲ ਕਹਿਣਾ ਚਾਹੀਦਾ ਕਿ ਕਵਿਤਾ ਦਾ ਜਿਹੜਾ ਕ੍ਰੀਏਟਿਵ ਪ੍ਰੋਸੈਸ ਹੈ ਜਾਂ ਕਵਿਤਾ ਦੀ ਜਿਹੜੀ ਰਚਨਾ, ਉਹਦੇ ਵਿੱਚ ਅਸੀਂ ਉਸ ਚੀਜ਼ ਨੂੰ ਜ਼ਰੂਰ ਸ਼ਾਮਿਲ ਕਰਦੇ ਹਾਂ ਕਿ ਕਵਿਤਾ ਇੱਕ ਥੋੜ੍ਹੀ ਜਿਹੀ ਜਿਹੜੀ ਸੁਚੇਤ ਮਨ ਤੋਂ ਗਹਿਰੀ ਚੀਜ਼ ਆ। ਮਤਲਬ ਦੋਨੋਂ ਰਲ ਕੇ ਇਹਨੂੰ ਲਿਖਦੇ ਆ ਕਿ ਸੁਚੇਤ ਮਨ ਉਹਨੂੰ ਪਕੜਦਾ ਵੀ ਆ, ਉਹਦੀ ਗੱਲ ਨੂੰ, ਉਸ ਛਲ ਨੂੰ ਪਕੜਦਾ ਔਰ ਉਹਨੂੰ ਭਾਸ਼ਾ ਦਾ ਜਾਂ ਕਵਿਤਾ ਦਾ ਰੂਪ ਦਿੰਦਾ। ਅਤੇ ਦੂਜਾ ਇਹ ਸੀ ਕਿ ਗਜ਼ਲ ਦੀ ਗੱਲ 'ਚ ਮੈਂ ਇੱਦਾਂ ਕਈ ਵਾਰੀ ਬੱਚੇ ਸਿੱਖਣ ਆਉਂਦੇ ਕਿ ਸਾਨੂੰ ਅਰੂਜ਼ ਸਿਖਾ ਦਿਓ ਨਾ। ਮੈਂ ਕਹਿੰਦਾ ਕਿ ਅਰੂਜ਼ ਇੱਦਾਂ ਕਦੀ ਨਾ ਸਿੱਖੋ। ਅਰੂਜ਼ ਐਂ ਸਿੱਖੋ ਜਿੱਦਾਂ ਅਸੀਂ ਮਾਂ ਬੋਲੀ ਸਿੱਖਦੇ ਹਾਂ। ਕਿ ਸਾਨੂੰ ਮਾਂ ਬੋਲੀ 'ਚ ਪਹਿਲਾਂ ਵਿਆਕਰਨ ਨਹੀਂ ਸਿਖਾਈ ਜਾਂਦੀ, ਸਾਨੂੰ ਸਾਡੇ ਮਾਪੇ ਸਾਡੇ ਕੋਲ ਬੋਲਦੇ ਆ, ਭਰਾ ਭੈਣ ਬੋਲਦੇ। ਅਸੀਂ 5 ਸਾਲ ਤੱਕ ਅਸੀਂ ਕਿੰਨੇ ਕਮਾਲ ਦੇ ਫਿਕਰੇ ਬਣਾਉਣੇ ਸਿੱਖ ਜਾਂਦੇ। ਕਿ ਸੋ ਪਹਿਲਾਂ ਜੇ ਗਜ਼ਲ ਬਣਾਉਣਾ ਤਾਂ ਗਜ਼ਲਾਂ ਇੰਨੀਆਂ ਪੜ੍ਹੋ, ਗਜ਼ਲਾਂ ਨੂੰ ਇੰਨਾ ਯਾਦ ਕਰੋ, ਗਜ਼ਲਾਂ ਨੂੰ ਇੰਨਾ ਪਿਆਰ ਕਰੋ ਕਿ ਉਹ ਤੁਹਾਡਾ ਜਿਹਨੂੰ ਕਹਿੰਦੇ ਕਿ ਆਤਮਸਾਤ ਕਰ ਲਵੇ ਉਸ ਗ੍ਰਾਮਰ ਨੂੰ, ਗਜ਼ਲ ਦੀ ਗ੍ਰਾਮਰ ਨੂੰ। ਤੁਹਾਡਾ ਵਜੂਦ ਜਿਹੜਾ ਉਹ ਆਤਮਸਾਤ ਕਰ ਲੈਂਦਾ। ਫਿਰ ਲਿਖਣ ਵੇਲੇ ਤੁਹਾਨੂੰ ਇੱਦਾਂ ਨਹੀਂ ਕਰਨਾ ਪੈਂਦਾ ਕਿ ਮੈਂ ਇੱਧਰ ਕਰਾਂ ਇੱਦਾਂ ਕਰਾਂ, ਕਿ ਉਹ ਇੱਕ ਬਹੁਤ ਕੁਦਰਤੀ ਸੁਭਾਵਕ ਤਰੀਕੇ ਨਾਲ ਗਜ਼ਲ ਆਉਂਦੀ ਆ। ਜਿੱਦਾਂ ਹੁਣ ਮੈਂ ਕੁਛ ਕਿਹਾ ਤਾਂ ਹਨੇਰਾ ਲਿਖੀ, ਤਾਂ ਮੈਨੂੰ ਯਾਦ ਹੈ ਕਿ ਮੈਂ ਇੱਦਾਂ ਤੁਰਿਆ ਆ ਰਿਹਾ ਸੀਗਾ ਕਚਹਿਰੀ ਤੋਂ, ਅਤੇ ਮੈਂ ਘੁਮਾਰ ਮੰਡੀ 'ਚੋਂ ਲੰਘਦਿਆਂ ਅਤੇ ਉਹ ਸਾਰੇ 3 ਨੰਬਰ ਗੇਟ ਤੱਕ ਯੂਨੀਵਰਸਿਟੀ, ਮੈਂ ਤਦ ਤੱਕ ਉਹ ਗਜ਼ਲ ਮੇਰੇ ਮਨ 'ਚ ਮੁਕੰਮਲ ਹੋਈ ਸੀ। ਮੈਂ ਕਾਗਜ਼ 'ਤੇ ਬਾਅਦ 'ਚ ਉਹਨੂੰ ਉਤਾਰਿਆ। ਸੋ ਇੱਕ ਉਸ ਤਰ੍ਹਾਂ ਦੀ ਹੈ ਕਿ ਜਿਹੜਾ ਜਿੱਦਾਂ ਅਸੀਂ ਚੀਜ਼ ਨੂੰ ਕੋਈ ਲਿਖਦੇ ਹਾਂ ਤਾਂ ਉਹ ਤੁਹਾਡੇ ਵਜੂਦ ਦਾ ਹਿੱਸਾ ਬਣ ਜਾਵੇ, ਤਾਂ ਹੀ ਉਹ ਰੂਪ ਮੈਂ ਸਮਝਦਾ ਕਿ ਸਹੀ ਰੂਪ ਬਣ ਸਕਦਾ। ਜਿਹੜੇ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਸਾਹਿਤ ਦਾ ਅਧਿਐਨ ਕਰਦੇ ਆ, ਉਹ ਆਮ ਤੌਰ 'ਤੇ ਇਹ ਕਹਿੰਦੇ ਆ ਕਿ ਅਸਲ ਦੇ ਵਿੱਚ ਕਾਵਿ ਪੈਟਰਨ ਵੀ ਸੁਭਾਵਿਕ ਤੌਰ 'ਤੇ ਹੀ ਬੰਦੇ ਦੇ ਮਨ 'ਚ ਬਣੇ ਹੋਏ ਹੁੰਦੇ ਆ। ਕਿ ਜੇ ਕੋਈ ਇਹ ਚਾਹੇ ਕਿ ਉਹ ਖੁੱਲ੍ਹੀ ਕਵਿਤਾ ਲਿਖੇਗਾ, ਪਰ ਉਹਦਾ ਖੁੱਲ੍ਹੀ ਕਵਿਤਾ ਵਾਲਾ ਪੈਟਰਨ ਉਹਦੇ ਅੰਦਰ ਕਿਤੇ ਮੌਜੂਦ ਨਾ ਹੋਵੇ, ਤਾਂ ਉਹ ਖੁੱਲ੍ਹੀ ਕਵਿਤਾ ਵੀ ਲਿਖ ਨਹੀਂ ਸਕੇਗਾ। ਅਤੇ ਜੇ ਜਿਹੜਾ ਉਹ ਰਾਈਮ 'ਚ ਲਿਖਦਾ ਹੈ ਕੋਈ, ਜਾਂ ਮਤਲਬ ਇਸ ਤਰ੍ਹਾਂ ਦੇ ਪ੍ਰਗੀਤਕ ਪੈਟਰਨ ਉਹਦੇ ਮਨ 'ਚ ਆਉਂਦੇ ਆ, ਅਤੇ ਉਹ ਵੀ ਅਸਲ ਦੇ ਵਿੱਚ ਉਹਦੀ ਪ੍ਰਤਿਭਾ ਦਾ ਹਿੱਸਾ ਹੁੰਦੇ ਆ, ਉਹਦਾ ਪਾਰਟ ਹੁੰਦੇ ਆ। ਇਸੇ ਕਰਕੇ ਹੀ ਉਹ ਲਿਖਦਾ। ਮੈਨੂੰ ਇਹ ਲੱਗ ਰਿਹਾ ਜਿੰਨਾ ਕੁ ਮੈਂ ਪੜ੍ਹਿਆ। ਤੁਸੀਂ ਇਹਦੇ ਬਾਰੇ ਕੀ ਸਮਝਦੇ ਹੋ ਕਿ ਤੁਹਾਨੂੰ ਕਦੇ ਇੱਦਾਂ ਲੱਗਿਆ ਕਿ ਅਸਲ ਵਿੱਚ ਤੁਸੀਂ ਖੁੱਲ੍ਹੀ ਕਵਿਤਾ ਲਿਖਣੀ ਸੀ ਪਰ ਗਜ਼ਲ ਕਿਉਂ ਲਿਖ ਲਈ? ਜਾਂ ਗਜ਼ਲ ਇਹ ਹੋਇਆ ਕਿ ਜਿੱਦਾਂ ਹੁਣ ਮੈਂ ਸਾਰਾ ਕੁਝ ਹੀ ਲਿਖਿਆ, ਕੋਈ ਖੁੱਲ੍ਹੀਆਂ ਕਵਿਤਾ ਵੀ, ਜਾਂ ਜਿਹਨੂੰ ਕਹਿੰਦੇ ਸੀ ਫਰੀ ਵਰਸ ਵੀ, ਬਲੈਂਕ ਵਰਸ ਵੀ ਲਿਖਿਆ, ਪਰ ਉਹ ਵੀ ਮੇਰਾ ਕੋਈ ਸੁਚੇਤ ਫੈਸਲਾ ਨਹੀਂ ਹੁੰਦਾ ਸੀਗਾ। ਜੀ ਹਾਂ। ਕਿ ਜਿਵੇਂ ਉਹ ਚੀਜ਼ ਜਿਹੜੀ ਜਦੋਂ ਵਾਪਰਦੀ ਆ ਜਾਂ ਆਉਂਦੀ ਆ ਉਹ ਚੀਜ਼, ਤਾਂ ਇੱਕ ਤਰ੍ਹਾਂ ਉਹਦਾ ਰੂਪ ਉਹਦੇ ਨਾਲ ਆਉਂਦਾ ਹੈ ਨਾ। ਅਤੇ ਉਹ ਮਾਡਲ ਵੀ ਸਾਡੇ ਮਨ 'ਚ ਵਸੇ ਹੁੰਦੇ ਆ ਸਾਰੇ, ਜਿਹੜੇ ਤੁਸੀਂ ਜਿਵੇਂ ਕਿਹਾ ਕਿ ਉਹ ਸਾਡੇ ਅਰਥ ਚੇਤਨ ਦੇ ਵਿੱਚ ਉਹ ਚੀਜ਼ਾਂ ਵਸੀਆਂ ਹੋਈਆਂ, ਅਤੇ ਉਹਨਾਂ ਮੁਤਾਬਕ ਹੀ ਉਹ ਆਉਂਦੀਆਂ। ਪਰ ਇਹ ਹੈ ਕਿ ਜਿੱਦਾਂ ਹੁਣ ਮੈਂ ਸੋਚਾਂ ਕਿ ਮੈਂ ਆਹ ਚੀਜ਼ ਕਿ ਉਹਨਾਂ ਦਿਨਾਂ 'ਚ ਹੀ ਮੈਂ ਗਜ਼ਲ ਲਿਖ ਰਿਹਾ ਸੀ, ਉਹਨਾਂ ਦਿਨਾਂ 'ਚ ਹੀ ਮੈਂ ਕਵਿਤਾ ਲਿਖ ਰਿਹਾ ਸੀਗਾ। ਹਾਂ, ਇਹਦੇ ਵਿੱਚ ਮੈਂ ਹੋਰ ਇੱਕ ਵਾਧਾ ਕਰਦਾ ਆਪਣੇ ਸਰੋਤਿਆਂ ਦੀ ਜਾਣਕਾਰੀ ਵਾਸਤੇ, ਕਿ ਜਾਂ ਮਤਲਬ ਇਹਨੂੰ ਇੱਕ ਸਵਾਲ ਦੇ ਰੂਪ ਵਿੱਚ ਵੀ ਲਿਆ ਜਾ ਸਕਦਾ ਹੈ ਕਿ ਜਦੋਂ 1993 ਦੇ ਵਿੱਚ ਤੁਹਾਨੂੰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮਿਲਦਾ ਹੈ, ਪੁਰਸਕਾਰ ਮਿਲਦਾ ਹੈ, ਅਤੇ ਉਹ ਅਸਲ ਦੇ ਵਿੱਚ ਤੁਹਾਡੀ ਖੁੱਲ੍ਹੀ ਕਵਿਤਾ ਦੀ ਕਿਤਾਬ ਹੈ, ਹਨੇਰੇ ਵਿੱਚ ਸੁਲਗਦੀ ਵਰਨਮਾਲਾ। ਅਤੇ ਜਦੋਂ ਕਿ ਲੋਕ ਮਨਾਂ ਦੇ ਵਿੱਚ ਜਾਂ ਮਤਲਬ ਜਿਹੜੀ ਮਕਬੂਲੀਅਤ ਤੁਹਾਨੂੰ ਮਿਲੀ, ਉਹ ਤੁਹਾਨੂੰ ਗਜ਼ਲ ਦੇ ਖੇਤਰ ਵਿੱਚ ਜ਼ਿਆਦਾ ਮਿਲੀ, ਔਰ ਮੁੱਖ ਤੌਰ 'ਤੇ ਤੁਸੀਂ ਗਜ਼ਲ ਦੇ ਸ਼ਾਇਰ ਜਿਹੜੇ ਉਹ ਸਮਝੇ ਗਏ। ਮਤਲਬ ਇਸ ਚੀਜ਼ ਨੂੰ ਕਦੇ ਤੁਸੀਂ ਮਹਿਸੂਸ ਕੀਤਾ ਇਸ ਤਰ੍ਹਾਂ ਕਿ ਤੁਹਾਡੀ ਅਸਲ ਵਿੱਚ ਜਿਹੜੀ ਉਹ ਮਾਨਤਾ ਹੋਈ ਉਹ ਸੱਚੀ ਆ, ਜਾਂ ਜਿਹੜੀ ਲੋਕਾਂ ਨੇ ਕਬੂਲ ਕੀਤੀ ਉਹ ਸਹੀ ਆ? ਕੋਈ ਇੱਦਾਂ ਦਾ ਕਦੇ ਸੋਚਿਆ ਵੀ ਹੈ ਕਿ ਨਹੀਂ? ਇੱਦਾਂ ਹੁੰਦਾ ਕਿ ਜਿਸ ਤਰ੍ਹਾਂ ਮੈਂ ਸਮਝਦਾ ਕਿ ਪੰਜਾਬੀ ਮਨ ਜਿਹੜਾ ਨਾ, ਜੀ ਹਾਂ, ਪੰਜਾਬੀ ਮਨ 'ਚ ਅਸੀਂ ਸਮਝਦੇ ਕਿ ਪੰਜਾਬੀ ਮਨ ਜ਼ਿਆਦਾ ਸੁਣਨ ਨੂੰ ਤਰਜੀਹ ਦਿੰਦਾ। ਜੀ ਹਾਂ। ਤੋ ਗਜ਼ਲ ਦਾ ਤਾਲੁਕ ਬਹੁਤਾ ਸੁਣਨ ਨਾਲ ਵੀ ਹੈ। ਇੱਕ ਗੱਲ ਦੇ ਆ ਕਿ ਅਸੀਂ ਉਹਨੂੰ ਸੁਣਾਉਂਦੇ ਹਾਂ ਜਾਂ ਗਾਉਂਦੇ ਹਾਂ, ਸੋ ਉਹ ਇੱਕ ਉੱਥੇ ਜਾ ਕੇ ਪੰਜਾਬੀ ਮਨ ਨੂੰ ਉਹ ਜ਼ਿਆਦਾ ਨੇੜੇ ਪ੍ਰਤੀਤ ਹੁੰਦੀ ਆ। ਠੀਕ ਹੈ। ਅਤੇ ਦੂਸਰਾ ਸੀ ਕਿ ਜਿਸ ਤਰ੍ਹਾਂ ਜਿਹੜੀ ਵਰਨਮਾਲਾ ਕਿਤਾਬ ਵੀ ਆ ਹਨੇਰੇ, ਉਹਦੇ ਵਿੱਚ ਵੀ ਕਿ ਕੁਛ ਕਵਿਤਾਵਾਂ ਇੱਦਾਂ ਸੀ ਕਿ ਬੁੱਢੀ ਜਾਦੂਗਰਨੀ ਉਹਦੇ ਵਿੱਚ ਸ਼ਾਮਲ ਆ, ਖਤਾਂ ਦੀ ਉਡੀਕ ਸ਼ਾਮਲ ਹੈ ਕਿ ਇਸ ਨਗਰੀ ਤੇਰਾ ਜੀ ਨਹੀਂ ਲੱਗਦਾ, ਇੱਕ ਚੜ੍ਹਦੀ ਇੱਕ ਲੈਂਦੀ ਹੈ, ਤੈਨੂੰ ਰੋਜ਼ ਉਡੀਕ ਖਤਾਂ ਦੀ ਸਿਖਰ ਦੁਪਹਿਰੇ ਰਹਿੰਦੀ ਹੈ, ਉਹ ਵੀ ਉਹਦੇ ਵਿੱਚ ਸ਼ਾਮਲ ਹੈ। 2 ਗਜ਼ਲਾਂ ਵੀ ਸ਼ਾਮਲ ਹੈ। ਅਤੇ ਲੇਕਿਨ ਬਹੁਤ ਸਾਰੀਆਂ ਕਵਿਤਾਵਾਂ ਜਿਹੜੀਆਂ ਉਹ ਖੁੱਲ੍ਹੀ ਕਵਿਤਾ ਵਾਲੀਆਂ। ਤੋ ਤੁਹਾਨੂੰ ਹਰ ਤਰ੍ਹਾਂ ਦੇ ਪਾਠਕ ਮਿਲਦੇ ਆ। ਮੈਨੂੰ ਇੱਕ ਪਾਠਕ ਨੇ ਪਿੱਛੇ ਜੇ ਜਦੋਂ ਮੇਰੀ ਕਿਤਾਬ ਛਪੀ ਆ
ਲਫ਼ਜ਼ ਦੀ ਦਰਗਾਹ। ਤੇ ਉਹ ਕਹਿੰਦਾ ਕਿ ਉਹ ਚਿੱਠੀ ਆਈ, ਕਹਿੰਦਾ ਮੈਨੂੰ ਦੇਖੋ ਮੈਂ ਤੁਹਾਡੀ ਇਹ ਕਿਤਾਬ ਤਾਂ 3 ਦਿਨਾਂ 'ਚ ਪੜ੍ਹ ਲਈ ਆ, ਪਰ ਜਿਹੜੀ ਕਿਤਾਬ ਤੁਹਾਡੀ ਸੀ ਹਨੇਰੇ ਵਿੱਚ ਸੋ ਦੀਵਾਰਾਂ, ਉਹਨੂੰ ਮੈਂ ਪੜ੍ਹਦਿਆਂ ਕਹਿੰਦਾ 3 ਸਾਲ ਲਾਏ ਸੀਗੇ ਅਤੇ ਮੈਂ ਅਜੇ ਵੀ ਉਹਨੂੰ ਪੜ੍ਹਨ ਲੱਗ ਪਿਆ। ਉਹਦਾ ਮਤਲਬ ਸੀਗਾ ਕਿ ਮੈਨੂੰ ਉਹਨੂੰ ਉਹ ਕਿਤਾਬ ਜ਼ਿਆਦਾ ਪਸੰਦ ਸੀ। ਹਾਂਜੀ, ਕਿ ਇਸ ਕਿਤਾਬ 'ਚ ਮੈਨੂੰ ਜ਼ਿਆਦਾ ਗਹਿਰਾਈ ਲੱਗਦੀ ਆ, ਜਾਂ ਮੈਂ ਇਹਨੂੰ ਇੱਦਾਂ ਮਹਿਸੂਸ ਕਰਦਾ ਕਿ ਉਹ ਸੋ ਇੱਦਾਂ ਹੀ ਤੁਹਾਡੇ ਕਈ ਵਾਰੀ ਪਾਠਕਾਂ ਦਾ ਦਾਇਰਾ ਵੀ ਹੁੰਦਾ, ਜਿਹੜੇ ਕੁਛ ਪਾਠਕ ਤੁਹਾਨੂੰ ਕਹਿੰਦੇ ਆਹ ਸਾਨੂੰ ਚੀਜ਼ ਚੰਗੀ ਲੱਗਦੀ ਆ, ਪਰ ਕਵੀ ਦਾ ਉਹ ਸਾਰਾ ਕੁਛ ਹੀ ਉਹਦਾ ਹਿੱਸਾ ਹੁੰਦਾ। ਅਤੇ ਉਹ ਤਰਜੀਹ ਨਹੀਂ, ਮਤਲਬ ਮੈਂ ਤਰਜੀਹ ਨਹੀਂ ਕਰ ਸਕਦਾ ਹੁਣ ਜਿਵੇਂ ਕਦੀ ਕਰਦਾ ਸੀਗਾ ਕਿ ਗਜ਼ਲ ਨਜ਼ਮ ਦੀ। ਮੈਂ ਸਮਝਦਾ ਕਿ ਇਹ ਸਾਰੇ ਰੂਪਾਂ ਦੀ ਮੈਨੂੰ ਲੋੜ ਸੀ, ਮੇਰੀ ਆਤਮਾ ਨੂੰ, ਮੇਰੇ ਮਨ ਨੂੰ ਲੋੜ ਸੀ। ਅਤੇ ਇਹਦੇ ਵਿੱਚ ਹੀ ਆਪਾਂ ਚਰਚਾ ਕਰਾਂਗੇ ਫਿਰ ਤੁਹਾਡੀ ਵਾਰਤਕ ਦੀ ਵੀ। ਸੂਰਜ ਮੰਦਰ ਦੀਆਂ ਪੌੜੀਆਂ ਜਿਹੜੀ ਤੁਹਾਡੀ ਵਾਰਤਕ ਦੀ ਕਿਤਾਬ ਹੈ, ਉਹ ਵੀ ਅਸੀਂ ਮਤਲਬ ਇੱਕ ਤਰ੍ਹਾਂ ਨਾਲ ਮਤਲਬ ਸਿਰਜਣਾਤਮਕ ਵਾਰਤਕ ਵਜੋਂ ਉਹਨੂੰ ਪੜ੍ਹਦੇ ਹਾਂ, ਪੋਇਟਿਕ ਵਾਰਤਕ ਵਜੋਂ ਪੜ੍ਹਦੇ ਹਾਂ, ਜਿਹਦੇ ਵਿੱਚ ਤੁਸੀਂ ਆਪਣੀਆਂ ਯਾਤਰਾਵਾਂ ਦਾ ਵੀ ਜ਼ਿਕਰ ਕੀਤਾ ਹੋਇਆ, ਤੁਸੀਂ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਹੋਇਆ ਜਿਨ੍ਹਾਂ ਨੂੰ ਤੁਸੀਂ ਜ਼ਿੰਦਗੀ ਦੇ ਵਿੱਚ ਜਿਹੜਾ ਉਹ ਨੇੜਿਓਂ ਜਾ ਕੇ ਦੇਖਿਆ ਜਾਂ ਜੋ ਮਹਿਸੂਸ ਕੀਤਾ ਉਹਨੂੰ ਤੁਸੀਂ ਵਾਰਤਕ 'ਚ ਲਿਖਿਆ। ਔਰ ਇਹ ਕਿਵੇਂ ਖਿਆਲ ਆਇਆ ਕਿ ਤੁਸੀਂ ਕਵਿਤਾ ਦੀ ਬਜਾਏ ਵਾਰਤਕ ਵਿੱਚ ਵੀ ਲਿਖੋ? ਵਾਰਤਕ ਲਿਖਣਾ ਮੇਰਾ ਬਿਲਕੁਲ ਵੱਖਰਾ ਅਨੁਭਵ ਸੀਗਾ ਵਾਰਤਕ ਲਿਖਣ ਦਾ, ਖਾਸ ਕਰਕੇ ਇੱਦਾਂ ਦੀ ਵਾਰਤਕ ਲਿਖਣ ਦਾ, ਕਿਉਂਕਿ ਪਹਿਲਾਂ ਮੈਂ ਬਹੁਤ ਜਗ੍ਹਾ ਗਿਆ ਵੀ ਸੀ, ਕੈਨੇਡਾ, ਅਮਰੀਕਾ, ਇੰਗਲੈਂਡ, ਪਰ ਮੈਂ ਕਦੀ ਆਪਣੀ ਉਹ ਸਫ਼ਰਨਾਮਾ ਵੀ ਨਹੀਂ ਲਿਖਿਆ ਸੀਗਾ ਕਿ ਮੈਂ ਜਾ ਕੇ, ਯਾਨੀ ਮੈਂ ਕਦੀ ਸੋਚਿਆ ਨਹੀਂ ਸੀ ਕਿ ਮੈਂ ਵਾਰਤਕ ਵੀ ਲਿਖੂੰਗਾ। 1-2 ਵਾਰ ਇੱਦਾਂ ਹੋਇਆ ਕਿ ਮੈਂ ਜਦੋਂ ਅਸੀਂ ਉੜੀਸਾ ਗਏ, ਡਾਕਟਰ ਹਰਭਜਨ ਸਿੰਘ ਸੀਗੇ, ਅਸੀਂ ਸੂਰਜ ਮੰਦਰ ਦੀਆਂ ਪੌੜੀਆਂ 'ਤੇ ਉਹ ਮੈਨੂੰ ਕਹਿਣ ਲੱਗੇ ਵੀ ਆਪਾਂ ਇੱਥੇ ਫੋਟੋ ਖਿਚਾਉਣੇ ਆ, ਯਾਨੀ ਇੱਕ ਉਸ ਸ਼ਾਇਰ ਦਾ ਮੂਡ ਸੀਗਾ ਕਿ ਆਪਾਂ, ਅਤੇ ਉਹ ਜਿਹੜਾ ਉੱਥੇ ਜਦੋਂ ਜੋ ਗੱਲਾਂ ਹੋਈਆਂ ਹਰਭਜਨ ਸਿੰਘ ਹੋਣਾ ਨੇ ਜੋ ਗੱਲਾਂ ਕੀਤੀਆਂ, ਉਹ ਮੇਰੇ ਮਨ 'ਚ ਲੈ ਗਿਆ, ਮੈਨੂੰ ਇਹ ਸੰਭਾਲਣੀਆਂ ਚਾਹੀਦੀਆਂ ਕਿ ਇਹ ਕਿਸੇ ਹੋਰ ਤਰ੍ਹਾਂ ਸਾਂਭੀਆਂ ਨਹੀਂ ਰਹਿਣੀਆਂ, ਇਹ ਵਾਰਤਕ ਵਿੱਚ ਹੀ ਸਾਂਭੀ ਰਹਿਣਗੇ। ਸੋ ਜਿਸ ਤਰ੍ਹਾਂ ਉਹ ਮੇਰਾ ਪਹਿਲਾ ਲੇਖ ਹੀ ਸੀਗਾ ਕਿ ਜਿਸ 'ਚ ਮੈਂ ਕਹਿੰਦਾ ਕਿ ਵੀ ਮੈਂ ਉਹ ਪੌੜੀਆਂ 'ਤੇ ਬੈਠਿਆਂ ਅਤੇ ਮੈਨੂੰ ਯਾਦ ਆਉਂਦਾ ਕਿ ਮੈਂ ਕਪੂਰਥਲੇ ਬੈਠਿਆ, ਤਾਂ ਮੈਂ ਵਾਰਤਕ ਲਿਖਣ 'ਚ ਮੈਨੂੰ ਬਹੁਤ ਅੱਛਾ ਲੱਗਾ। ਜਿਵੇਂ ਮੈਂ ਕਿਹਾ ਵੀ ਗਜ਼ਲ ਨਾ ਹੁੰਦੀ ਫਿਰ ਵੀ ਮੇਰਾ ਕੰਮ ਅਧੂਰਾ ਰਹਿਣਾ ਸੀਗਾ, ਇੱਦਾਂ ਮੈਂ ਸਮਝੀ ਜੇ ਵਾਰਤਕ ਨਾ ਹੁੰਦੀ ਫਿਰ ਵੀ ਅਧੂਰਾ ਰਹਿਣਾ ਸੀ, ਕਿ ਬਹੁਤ ਗੱਲਾਂ ਸੀ ਜਿਹੜੀਆਂ ਵਾਰਤਕ ਵਿੱਚ ਹੀ ਆਈਆਂ। ਜਦੋਂ ਤੁਸੀਂ ਲਿਖਣ ਬੈਠਦੇ ਹੋ ਤੁਹਾਡੀ ਇੱਕ ਯਾਦਾਂ ਦੀ ਐਸੀ ਲੜੀ ਚੱਲਦੀ ਆ ਕਿ ਜੋ ਤੁਸੀਂ ਕਦੀ ਗੱਲਾਂ ਨਹੀਂ ਸੀ ਸੁਣਾਉਣੀਆਂ, ਕਦੀ ਸ਼ੇਅਰ ਨਹੀਂ ਕਰਨੀਆਂ ਸੀ, ਉਹ ਵੀ ਤੁਹਾਡੇ ਮਨ 'ਚੋਂ, ਜਿਵੇਂ ਆਪਾਂ ਕਹਿੰਦੇ ਪਿੰਡ 'ਚ ਕਦੀ ਉਹ ਖੂਹ 'ਚ ਕੁੰਡਾ ਪਾਉਣਾ ਅਤੇ ਉਹ ਪੁਰਾਣੇ ਡਿੱਗੇ ਹੋਏ ਡੋਲ ਬਾਹਰ ਆਉਣੇ, ਸਾਡਾ ਬਚਪਨ ਦੀ ਗੱਲ ਹੈ ਕਿ ਉਹਨੇ ਕਹਿਣਾ ਮੇਰੀ ਤਾਂ ਬਾਲਟੀ ਡਿੱਗ ਪਈ ਸੀ, ਉਹ ਹੁਣ ਉਹ ਕੁੰਡਾ ਪਾਇਆ ਅਤੇ ਉਹ ਵੀ ਨਿਕਲ ਹੀ ਆ ਰਹੀ। ਸੋ ਇੱਦਾਂ ਹੀ ਕਈ ਵਾਰੀ ਵਾਰਤਕ ਲਿਖਦਿਆਂ ਵੀ ਇੱਦਾਂ ਹੁੰਦਾ ਕਿ ਤੁਹਾਨੂੰ ਜਿਹੜੀਆਂ ਯਾਦਾਂ ਦੀ ਲੜੀ ਆਉਂਦੀ ਹੈ। ਸੋ ਇੱਕ ਉਹ ਵੀ ਆਪਣੇ ਆਪ 'ਚ ਬੜਾ ਸਿਰਜਣਾਤਮਕ ਜਿਹਾ ਅਨੁਭਵ ਹੈ, ਜਿਹੜਾ ਜਾਣੀ ਕਵਿਤਾ ਬਾਰੇ ਆਪਾਂ ਕਹਿੰਦੇ ਨੇ। ਮੈਨੂੰ ਸੇਖੋਂ ਸਾਹਿਬ ਦੀ ਗੱਲ ਯਾਦ ਹੈ ਕਿ ਜਦੋਂ ਮੈਂ ਪਹਿਲੋਂ ਲਿਖਣ ਲੱਗਾ ਅਤੇ ਮੈਨੂੰ ਉਹ ਮਿਲੇ ਇੱਕ ਜਗ੍ਹਾ, ਕਹਿੰਦੇ ਤੂੰ ਕੀ ਲਿਖਦਾ ਹੁੰਦਾ ਮੁੰਡਿਆ? ਮੈਂ ਕਿਹਾ ਜੀ ਮੈਂ ਕਵਿਤਾ ਲਿਖਦਾ ਹੁੰਦਾ। ਕਹਿੰਦੇ ਕਵਿਤਾ ਦਾ ਕੀ ਭਰੋਸਾ, ਆਵੇ ਨਾ ਆਵੇ ਨਾ ਆਵੇ, ਤੂੰ ਕੁਝ ਹੋਰ ਵੀ ਲਿਖਿਆ ਕਰ। ਉਹਨਾਂ ਹਾਸੇ ਮਜ਼ਾਕ 'ਚ ਮੈਨੂੰ ਇੱਦਾਂ ਦੀ ਗੱਲ ਕਹੀ। ਤਾਂ ਹੁਣ ਮੈਂ ਸੋਚਦਾ ਨਾ ਵੀ ਹੁਣ ਮੈਨੂੰ ਲੱਗਦਾ ਕਿ ਮੈਂ ਜਦੋਂ ਜੇ ਕੁਛ ਨਾ ਲਿਖ ਰਿਹਾ ਹਾਂ ਤਾਂ ਮੈਂ ਵਾਰਤਕ ਜ਼ਰੂਰ ਅਜੇ ਵੀ ਲਿਖ ਸਕਦਾ, ਕਿ ਵਾਰਤਕ ਵਿੱਚ ਐਸੀਆਂ ਗੱਲਾਂ ਨੇ ਕਿ ਤੁਸੀਂ ਜਿਹੜੇ ਉਸ ਕਵਿਤਾ ਦੇ ਇੱਕ ਮੂਡ ਤੋਂ ਬਿਨਾਂ ਵੀ ਸ਼ੁਰੂ ਕਰ ਸਕਦੇ ਹੋ ਕੁਛ ਲਿਖਣਾ, ਔਰ ਫਿਰ ਤੁਹਾਡੇ ਅੰਦਰ ਇੱਕ ਲੜੀ ਸ਼ੁਰੂ ਹੋ ਜਾਂਦੀ, ਕਿਉਂਕਿ ਵਾਰਤਕ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਤਣਾਅ ਨਹੀਂ ਹੁੰਦਾ ਕਿ ਮੈਂ ਉਹਨੂੰ ਬਹੁਤ ਕਾਵਿਕ ਬਣਾਉਣਾ ਜਾਂ ਮੈਂ ਉਹਨੂੰ ਕਲਾ ਰੂਪ ਦੇਣਾ। ਉਸ ਤੋਂ ਤੁਹਾਡੀ ਖਾਸ ਕਿਸਮ ਦੀ ਸੁਤੰਤਰਤਾ ਹੁੰਦੀ ਹੈ। ਅਤੇ ਇੱਕ ਇਹਨਾਂ ਯਾਦਾਂ ਦੀ ਲੜੀ ਦੇ ਵਿੱਚ ਇੱਕ ਚੀਜ਼ ਹੋਰ ਯਾਦ ਕਰਾਉਣੀ ਚਾਹੁੰਦੇ ਹਾਂ ਤੁਹਾਡੀਆਂ ਯਾਦਾਂ ਨੂੰ ਫਰੋਲਣ ਦੀ ਮਨ ਦੇ ਨਾਲ, ਕਿ ਤੁਸੀਂ ਇੱਕ ਵਾਰੀ ਜਿਹੜਾ ਉਹ ਕਾਫੀ ਸਮਾਂ ਪਹਿਲਾਂ ਕੁਛ ਵਿਦੇਸ਼ੀ ਨਾਟਕਾਂ ਦੇ ਪੰਜਾਬੀ ਰੂਪਾਂਤਰਣ ਵੀ ਕੀਤੇ, ਜਿਹਦੇ ਵਿੱਚ ਇੱਕ ਮਸ਼ਹੂਰ ਨਾਟਕ ਸੀ ਲੋਰਕਾ ਦਾ ਨਾਟਕ, ਜਿਹਦਾ ਪੰਜਾਬੀ ਅਨੁਵਾਦ ਅੱਗ ਦੇ ਕਲੀਰੇ ਦੇ ਸਿਰਲੇਖ ਹੇਠ ਲਗਭਗ ਪੰਜਾਬ ਦੇ ਹਰ ਸ਼ਹਿਰ 'ਚ ਖੇਡਿਆ ਗਿਆ ਔਰ ਬਾਹਰ ਵੀ ਖੇਡਿਆ ਗਿਆ, ਔਰ ਉਹ ਕਾਫੀ ਜਿਹੜਾ ਉਹ ਚਰਚਾ ਦੇ ਵਿੱਚ ਰਿਹਾ। ਉਹ ਵਿਚਾਰ ਕਿਵੇਂ ਆਇਆ? ਜਾਂ ਨਾਲ ਹੀ ਮੈਂ ਇਹ ਵੀ ਜੋੜਨਾ ਚਾਹੁੰਦਾ ਕਿ ਫਿਰ ਉਸ ਚੀਜ਼ ਨੂੰ ਤੁਸੀਂ ਬਹੁਤ ਜ਼ਿਆਦਾ ਅੱਗੇ ਨਹੀਂ ਤੋਰਿਆ, ਅਤੇ ਇਹਦਾ ਕੀ ਕਾਰਨ ਸੀ? ਇਸ ਤਰ੍ਹਾਂ ਸੀ ਲਖਵਿੰਦਰ ਕਿ ਜਦੋਂ ਮੈਂ ਪਟਿਆਲੇ ਪੜ੍ਹਦਿਆਂ ਮੈਂ ਲੋਰਕਾ ਦਾ ਇੱਕ ਨਾਟਕ ਪੜ੍ਹਿਆ, ਬਲੱਡ ਵੈਡਿੰਗ। ਜੀ ਹਾਂ। ਮੇਰੇ ਪੜ੍ਹਨ ਦਾ ਇੱਦਾਂ ਹੈ ਕਿ ਮੈਂ ਨਾਵਲ ਨਹੀਂ ਬਹੁਤੇ ਪੜ੍ਹੇ, ਪਰ ਮੈਂ ਨਾਟਕ ਜਿਸ ਤਰ੍ਹਾਂ ਜਿਹੜੇ ਖਾਸ ਕਰਕੇ ਕਾਵਿ ਨਾਟਕ ਸੀਗੇ ਉਸ ਵੇਲੇ ਅਨੁਵਾਦ 'ਚ ਕਾਫੀ ਗ੍ਰੀਕ ਜਿਹੜੇ ਨਾਟਕ ਸੀ, ਇੱਕ ਡਾਕਟਰ ਹਰਿਭਜਨ ਸਿੰਘ ਦਾ ਅਨੁਵਾਦ ਕੀਤਾ ਨਾਟਕ ਸੀ, ਇੱਕ ਸੇਖੋਂ ਸਾਹਿਬ ਦਾ ਅਨੁਵਾਦ ਕੀਤਾ ਸੀ, ਇੱਕ ਪ੍ਰਭਜੋਤ ਦਾ, ਕਿ ਉਹ ਯੂਨਾਨੀ ਨਾਟਕ ਮੈਨੂੰ ਬਹੁਤ ਅੱਛੇ ਲੱਗੇ।
ਇਹਦੇ ਲੋਰਕਾ ਦਾ ਨਾਟਕ ਪੜ੍ਹਦੇ ਹਾਂ ਤਾਂ ਮੇਰੇ ਮਨ 'ਚ ਇੱਕ ਇੱਦਾਂ ਹੁੰਦਾ ਸੀਗਾ ਵੀ ਕਾਵਿ ਨਾਟਕ ਮੈਨੂੰ ਬਹੁਤ ਵੱਡੀ ਫਾਰਮ ਜੀ ਲੱਗਦੀ ਸੀ। ਅਤੇ ਮੈਂ ਕਿਹਾ ਕਿ ਮੈਂ ਅੱਗ ਦੇ ਕਿਲੇ ਦਾ ਕਦੇ ਨਾ ਕਦੇ ਅਨੁਵਾਦ ਕਰੂੰਗਾ। ਤੋ ਅਨੁਵਾਦ ਨੂੰ ਮੈਂ ਫਿਰ ਇੱਦਾਂ ਕੀਤਾ ਕਿ ਅਨੁਵਾਦ, ਕਿਉਂਕਿ ਫਿਰ ਉਹ ਇੱਕ ਮੇਰੇ ਆਪਣੇ ਯੋਗ ਰਾਜ ਸੇਢਾ ਹੁੰਦੇ ਸੀ, ਉਹਨੂੰ ਕਹਿੰਦੇ ਅਸੀਂ ਇਹਨੂੰ ਖੇਡਣਾ ਚਾਹੁੰਦੇ ਹਾਂ। ਅਤੇ ਫਿਰ ਉਹਦਾ ਕਿ ਖੇਡਣ ਲਈ ਅਨੁਵਾਦ ਤੋਂ ਵੀ ਵੱਧ ਚੀਜ਼ ਹੁੰਦੀ ਕਿ ਰੂਪਾਂਤਰਣ ਤੁਸੀਂ ਕਰੋ। ਤਾਂ ਉਹ ਰੂਪਾਂਤਰਣ ਦਾ ਮੈਂ ਤਰੀਕਾ ਇੱਦਾਂ ਵਰਤਿਆ ਉਦੋਂ ਮੈਂ, ਕਿਉਂਕਿ ਜਿਹੜਾ ਕਰੈਕਟਰ 'ਚ ਲਿਓਨਾਰਡੋ ਸੀਗਾ, ਮੈਂ ਉਹਦਾ ਨਾਂ ਰੱਖਿਆ ਲੈਂਬਰ। ਪਹਿਲੇ ਮਤਲਬ ਮੈਂ ਕਿਹਾ ਉਹਦਾ ਨਾਂ ਲੈਂਬਰ ਹੈ, ਪੰਜਾਬੀ ਨਾਂ। ਜਦੋਂ ਪੰਜਾਬੀ ਨਾਮ ਆ ਗਿਆ ਫਿਰ ਨੈਚੁਰਲੀ ਉਹ ਸਾਰਾ ਕੁਛ ਇੱਦਾਂ ਹੀ ਜੁੜਦਾ ਗਿਆ ਕਿ ਲੈਂਬਰ ਤਾਂ ਐਂ ਹੀ ਕਹੂ ਗੱਲ ਨੂੰ, ਲੈਂਬਰ ਇੱਦਾਂ ਜੀਊਗਾ ਲੈਂਬਰ। ਸੋ ਉਹ ਮੈਂ ਕਾਫੀ ਬਾਅਦ 'ਚ ਲੋਰਕਾ ਦੇ ਤਿੰਨੇ ਨਾਟਕ ਮੈਂ ਕੀਤੇ। ਫਿਰ ਮੈਂ ਆਪਣਾ ਇੱਕ ਪਲੇ ਸੀਗਾ ਗਰੀਸ਼ ਕਰਨਾੜ ਦਾ ਵੀ ਜਿਹੜਾ ਨਾਗ ਮੰਡਲ, ਉਹ ਕੀਤਾ। ਅਤੇ ਉਹਨਾਂ ਦੀ ਯਾਨੀ ਵਿਸ਼ੇਸ਼ਤਾ ਇਹ ਹੈ ਕਿ ਮੈਂ ਉਹਨੂੰ ਰੂਪਾਂਤਰਣ ਵਾਂਗ ਹੀ ਕੀਤਾ। ਮਿਸਾਲ ਤੌਰ 'ਤੇ ਇੱਕ ਪਲੇ ਸੀਗਾ, ਉਹ ਲੋਰਕਾ ਦਾ ਪਲੇ ਸੀ ਯਰਮਾ, ਜਿਹਦਾ ਮੈਂ ਕੀਤਾ ਨਾਮ ਵੀ ਸਈਓ ਨੀ ਮੈਂ ਅੰਤਹੀਨ ਤਰਕਾਲਾਂ, ਉਹਦਾ ਨਾਮ ਰੱਖਿਆ। ਅਤੇ ਉਹਦੇ 'ਚ ਇੱਕ ਸੁਆਣੀ ਆ, ਉਹਦੇ ਘਰ ਬੱਚਾ ਨਹੀਂ ਹੋ ਰਿਹਾ, ਨੌਜਵਾਨ ਕੁੜੀ ਹੈ, ਅਤੇ ਉਹਨੂੰ ਜਿਹੜੀਆਂ ਉਹ ਨਦੀ ਕੰਢੇ ਕੱਪੜੇ ਧੋ ਰਹੀਆਂ ਅਤੇ ਉਹ ਇੱਕ ਗੀਤ ਗਾ ਕੇ ਉਹਨੂੰ ਛੇੜਦੀਆਂ, ਜਿਹਦੇ ਵਿੱਚ ਕਹਿੰਦੀਆਂ ਕਿ ਤੂੰ ਰੇਤ ਹੈ, ਤੂੰ ਬੰਜਰ ਹੈ, ਇੱਦਾਂ ਨਾ। ਅਤੇ ਪਰ ਮੈਂ ਉਸ ਗੀਤ ਦਾ ਅਨੁਵਾਦ ਜਦੋਂ ਕੀਤਾ ਤਾਂ ਮੈਂ ਉਹਦੀ ਉਹ ਸਾਰੀ ਇਮੇਜਰੀ ਨੂੰ ਭੁੱਲ ਗਿਆ। ਅਤੇ ਮੇਰੇ ਮਨ 'ਚ ਯਾਦ ਆ ਕਿ ਪੰਜਾਬੀ 'ਚ ਇੱਕ ਲੋਕ ਗੀਤ ਹੁੰਦਾ ਕਿ ਬੇਰੀਆਂ ਨੂੰ ਬੇਰ ਲੱਗ ਗਏ, ਤੈਨੂੰ ਕੁਛ ਨਾ ਲੱਗਾ ਮੁਟਿਆਰੇ। ਸੋ ਮੈਂ ਉਹਨੂੰ ਇਸ ਤਰ੍ਹਾਂ ਬਿਲਕੁਲ ਉਹਦੀ ਜਿਹੜੀ ਬਿੰਬਾਵਲੀ ਸੀ ਉਹਨੂੰ ਅਲੱਗ ਕਰਤਾ। ਸੋ ਮੈਂ ਉਹਨੂੰ ਇੱਕ ਤਰ੍ਹਾਂ ਅਰਧ ਸਿਰਜਣਾ ਵਾਂਗ ਨਾਟਕਾਂ ਨੂੰ ਕੀਤਾ। ਔਰ ਮੈਨੂੰ ਜਦੋਂ ਮੈਂ ਕੁਛ ਨਾ ਕਰ ਰਿਹਾ ਹੋਵਾਂ ਫਿਰ ਮੈਨੂੰ ਅਨੁਵਾਦ ਕਰਨਾ, ਜਿਹੜੀ ਕੋਈ ਚੀਜ਼ ਖਾਸ ਕਰਕੇ ਨਾਟਕਾਂ ਨੂੰ, ਖਾਸ ਕਰਕੇ ਕਾਵਿ ਨਾਟਕ ਨੂੰ ਅਨੁਵਾਦ ਕਰਨਾ ਮੈਨੂੰ ਬਹੁਤ ਅਨੁਭਵ ਅੱਛਾ। ਉਹਨਾਂ ਮੇਰੀ ਭਾਸ਼ਾ ਵੀ ਅਮੀਰ ਹੁੰਦੀ ਹੈ, ਮੇਰੀ ਆਪਣੀ ਨਿੱਜੀ ਜਿਹੜੀ ਸਮਰੱਥਾ ਕਹਿਣ ਦੀ, ਔਰ ਪੰਜਾਬੀ ਨੂੰ ਮੈਂ ਸਮਝਦਾ ਕਿ ਪੰਜਾਬੀ ਭਾਸ਼ਾ ਵਿੱਚ ਵੀ ਉਹਦੀ ਅਮੀਰੀ ਸ਼ਾਮਲ ਹੁੰਦੀ। ਇੱਕ ਸਵਾਲ ਥੋੜ੍ਹਾ ਹਟ ਕੇ ਇਸ ਗੱਲ ਤੋਂ, ਉਹ ਇਹ ਹੈ ਕਿ ਬਹੁਤ ਸਾਰੀਆਂ ਸੰਸਥਾਵਾਂ ਨਾਲ ਤੁਸੀਂ ਹਮੇਸ਼ਾ ਜੁੜੇ ਰਹੇ ਹੋ, ਭਾਵੇਂ ਉਹ ਪੰਜਾਬੀ ਸਾਹਿਤ ਅਕੈਡਮੀ ਆ, ਭਾਵੇਂ ਹੋਰ ਸੰਸਥਾਵਾਂ ਨੇ, ਅਤੇ ਅੱਜ ਕੱਲ੍ਹ ਤੁਸੀਂ ਇੱਕ ਬਹੁਤ ਵੱਡੀ ਬਕਾਰੀ ਸੰਸਥਾ ਜਿਹੜੀ ਹੈ ਪੰਜਾਬ ਕਲਾ ਪ੍ਰੀਸ਼ਦ, ਉਹਦੇ ਚੇਅਰਮੈਨ ਹੋ। ਅਤੇ ਇਹ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਕਵਿਤਾ ਨੂੰ ਕੋਈ ਆਂਚ ਤਾਂ ਨਹੀਂ ਆ ਰਹੀ? ਮੈਂ ਇਹ ਪੁੱਛਣਾ ਚਾਹੁੰਦਾ। ਕਵਿਤਾ ਨੂੰ ਜ਼ਰੂਰ ਕੁਛ ਤਾਂ ਆਂਚ ਆਉਂਦੀ ਹੈ। ਮਤਲਬ ਇੱਕ ਤੁਹਾਡਾ ਆਪਣਾ ਸਮਾਂ ਹੁੰਦਾ। ਮੈਨੂੰ ਯਾਦ ਹੈ ਕਿ ਕਈ ਵਾਰੀ ਜਦੋਂ ਮੈਂ ਨੌਕਰੀ ਕਰਦਾ ਸੀਗਾ ਜੀ, ਅਤੇ ਜਦੋਂ ਮੈਂ ਘਰੋਂ ਤੁਰਨਾ, ਮੈਂ ਨਹਿਰ ਸਕੂਟਰ 'ਤੇ ਆਉਂਦਾ ਹੁੰਦਾ ਸੀਗਾ, ਅਤੇ ਕੋਈ ਮੇਰੇ ਅੰਦਰ ਕੋਈ ਚੀਜ਼ ਚੱਲਦੀ ਕਵਿਤਾ, ਜਦੋਂ ਮੈਂ ਯੂਨੀਵਰਸਿਟੀ ਦਾ ਗੇਟ ਐਂਟਰ ਕਰਨਾ ਅਤੇ ਉਹ ਮੈਨੂੰ ਲੱਗਣਾ ਵੀ ਉਹ ਪਿੱਛੇ ਰਹਿ ਗਈ। ਕਿ ਸੋ ਇੱਦਾਂ ਹੁੰਦਾ ਕਿ ਕਈ ਚੀਜ਼ਾਂ ਸ਼ਾਇਦ ਅਸੀਂ ਵੱਧ ਸਮਾਂ ਦੇਈਏ ਅਤੇ ਵੱਧ ਅਸੀਂ ਕਰ ਸਕਦੇ ਹਾਂ। ਤੋ ਕਵਿਤਾ ਸਮਾਂ ਮੰਗਦੀ, ਪਰ ਹੁੰਦਾ ਇਹਦਾ ਕਈ ਵਾਰੀ ਵੀ ਕਵਿਤਾ ਨੇ ਇਹ ਵੀ ਹੁੰਦਾ ਕਿ ਕਵਿਤਾ ਨੇ ਆ ਹੀ ਜਾਣਾ ਹੁੰਦਾ। ਕਈ ਵਾਰੀ ਬੰਦਾ ਕਹਿੰਦਾ ਕਿ ਵੀ ਜੇ ਮੈਂ ਆਹ ਅਨੁਭਵ ਨਾ ਹੁੰਦੇ ਸ਼ਾਇਦ ਮੈਂ ਇਹ ਚੀਜ਼ ਮੈਂ ਨਾ ਲਿਖ ਸਕਦਾ। ਸੋ ਉਹਦਾ ਇਹ ਕਈ ਵਾਰੀ ਮਹਿਸੂਸ ਹੁੰਦਾ ਕਿ ਕਈ ਵਾਰੀ ਬਹੁਤ ਖਿਲਾਰੇ ਪਏ ਹੁਣ ਮੇਰੇ ਕੋਲ, ਮੈਂ ਕਈ ਕਵਿਤਾਵਾਂ ਲਿਖੀਆਂ ਪਈਆਂ, ਉਹਨੂੰ ਜੋੜਨਾ, ਇਕੱਠੀਆਂ ਕਰਨਾ, ਇੱਧਰ ਕਰਨਾ ਜਾਂ ਉਹਨੂੰ ਦੁਬਾਰਾ ਦੇਖਣਾ, ਤਾਂ ਉਹਦੇ ਲਈ ਬਹੁਤ ਸਮਾਂ ਚਾਹੀਦਾ। ਸੋ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਕਵਿਤਾ ਨਾਲ ਕਈ ਵਾਰੀ ਅਸੀਂ ਕਵਿਤਾ ਨੂੰ ਅਣਗੌਲੀ ਕਰ ਦਿੰਦੇ ਹਾਂ, ਤੋ ਇਸ ਗੱਲ ਦਾ ਜ਼ਰੂਰ ਅਸਰ ਪੈਂਦਾ। ਕਿਉਂਕਿ ਇਹ ਠੀਕ ਹੈ ਕਿ ਸੰਸਥਾਵਾਂ ਜਿਹੜੀਆਂ ਨੇ ਉਹ ਸੁਸਾਇਟੀ ਲਈ, ਸਮਾਜ ਲਈ ਉਹ ਵੀ ਜ਼ਰੂਰੀ ਹੈ, ਕਿਉਂਕਿ ਤੁਹਾਡੇ ਵਰਗੇ ਤਜਰਬਾਕਾਰ ਬੰਦੇ ਔਰ ਸੂਖਮ ਵਿਚਾਰ ਵਾਲੇ ਬੰਦੇ ਜਿਹੜੇ ਆ ਜਦੋਂ ਸੰਸਥਾਵਾਂ 'ਚ ਬੈਠਦੇ ਨੇ ਅਤੇ ਸੰਸਥਾਵਾਂ ਲਈ ਵੀ ਮਾਣ ਵਾਲੀ ਗੱਲ ਹੁੰਦੀ ਹੈ, ਜਿਹੜਾ ਕਿ ਪਿਛਲੇ ਸਮੇਂ ਦੇ ਵਿੱਚ ਇਹ ਮਹਿਸੂਸ ਵੀ ਕੀਤਾ, ਟੋਟਲ ਮਤਲਬ ਸਾਰੇ ਪੰਜਾਬੀਆਂ ਨੇ ਮਹਿਸੂਸ ਕੀਤਾ, ਸਾਰੇ ਕਲਾ ਜਗਤ ਨੇ ਮਹਿਸੂਸ ਕੀਤਾ। ਲੇਕਿਨ ਕਵਿਤਾ ਵੀ ਨਾਲ ਨਾਲ ਚੱਲਦੀ ਰਹੇ, ਇਹ ਸਾਰਿਆਂ ਇਹ ਤੁਹਾਡਾ ਅਨੁਭਵ ਵੀ ਹੋਣਾ ਹੀ ਚਾਹੀਦਾ ਕਵੀ ਦੇ ਤੌਰ 'ਤੇ ਔਰ ਪ੍ਰੋਣਕ ਦੇ ਤੌਰ 'ਤੇ। ਇਹ ਸ਼ਾਇਦ ਸਾਡਾ ਸਾਂਝਾ ਅਨੁਭਵ ਹੀ ਆ। ਹਾਂ, ਥੋੜ੍ਹਾ ਫਰਕ ਜ਼ਰੂਰ ਪੈਂਦਾ ਹੈ, ਪਰ ਫਿਰ ਵੀ ਕਵਿਤਾ ਜਿਹੜੀ ਹੈ ਉਹ ਇਸ ਪਾਸੇ ਵੱਲ ਜਿਹੜਾ ਉਹ ਪਹਿਲੇ ਸਥਾਨ 'ਤੇ ਹੀ ਰਹਿਣੀ ਚਾਹੀਦੀ ਹੈ, ਇਹ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਵੀ। ਅਤੇ ਹੁਣ ਆਪਾਂ ਇਸ ਰੂਬਰੂ ਦੇ ਜਿਹੜੇ ਉਹ ਆਖਰੀ ਮਰਹਲੇ ਵਿੱਚ ਦਾਖਲ ਹੋ ਰਹੇ ਹਾਂ, ਅਤੇ ਮੈਂ ਚਾਹੂੰਗਾ ਕਿ ਕਿਉਂਕਿ ਤੁਹਾਡੇ ਨਾਲ ਰੂਬਰੂ ਜਿਹੜਾ ਹੈ ਓਨਾ ਚਿਰ ਮੁਕੰਮਲ ਨਹੀਂ ਹੋ ਸਕਦਾ ਜਿੰਨਾ ਚਿਰ ਸਰੋਤੇ ਤੁਹਾਡੀ ਤਰੰਨਮ ਦੇ ਵਿੱਚ ਗਜ਼ਲ ਨਾ ਸੁਣ ਲੈਣ। ਅਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੀ ਮੈਂ ਤੁਹਾਨੂੰ ਇੱਕ ਗਜ਼ਲ ਸੁਣਾਉਣਾ, ਤਰੰਨਮ 'ਚ ਜ਼ਰੂਰ ਸੁਣਾਓ। ਜਿਹੜੀ ਮੈਨੂੰ ਤਾਂ ਯਾਦ ਆ ਰਹੀ ਹੈ ਕਿ ਜਿਸ ਤਰ੍ਹਾਂ ਅਸੀਂ ਗੱਲਬਾਤ ਕਰ ਰਹੇ ਹਾਂ, ਤਾਂ ਮੈਂ ਇਹੋ ਗਜ਼ਲ ਐਂ ਲਿਖੀ ਸੀ ਕਿ ਮੇਰੇ ਅੰਦਰ ਵੀ ਚੱਲਦੀ ਹੈ
ਇੱਕ ਗੁਫ਼ਤਗੂ। ਇੱਕ ਗੁਫ਼ਤਗੂ ਆਪਾਂ ਕਰ ਰਹੇ ਹਾਂ, ਅਤੇ ਉਹ ਮੈਂ ਇੱਦਾਂ ਉਹਦੇ ਦੋ ਤਿੰਨ ਸ਼ੇਅਰ ਮੈਂ ਸੁਣਾਉਣਾ ਤੁਹਾਨੂੰ। ਮੇਰੇ ਅੰਦਰ ਵੀ ਚਲਦੀ ਹੈ ਇੱਕ ਗੁਫ਼ਤਗੂ, ਜਿੱਥੇ ਲਫ਼ਜ਼ਾਂ 'ਚ ਟਲਦਾ ਹੈ ਮੇਰਾ ਲਹੂ। ਕਿਆ ਬਾਤ ਹੈ, ਕਿਆ ਬਾਤ ਹੈ। ਮੇਰੇ ਅੰਦਰ ਵੀ ਚਲਦੀ ਹੈ ਇੱਕ ਗੁਫ਼ਤਗੂ, ਜਿੱਥੇ ਲਫ਼ਜ਼ਾਂ 'ਚ ਟਲਦਾ ਹੈ ਮੇਰਾ ਲਹੂ। ਕਿਆ ਬਾਤ ਹੈ। ਜਿੱਥੇ ਮੇਰੀ ਬਹਿਸ ਹੈ ਮੇਰੇ ਨਾਲ ਹੀ, ਜਿੱਥੇ ਵਾਰਿਸ ਤੇ ਪੁਰਖੇ ਖੜੇ ਰੂਬਰੂ। ਕਿਆ ਬਾਤ ਹੈ, ਖੜੇ ਰੂਬਰੂ। ਮੇਰੇ ਅੰਦਰ ਆਵਾਜ਼ਾਂ ਤਾਂ ਹਨ ਬੇਪਨਾਹ, ਵਾਹ। ਮੇਰੇ ਅੰਦਰ ਆਵਾਜ਼ਾਂ ਤਾਂ ਹਨ ਬੇਪਨਾਹ, ਮੇਰੇ ਮੱਥੇ 'ਚ ਪਰ ਅਕਲ ਦਾ ਤਾਨਾਸ਼ਾ। ਕਿਆ ਬਾਤ ਹੈ, ਕਿਆ ਬਾਤ ਹੈ। ਮੇਰੇ ਅੰਦਰ ਆਵਾਜ਼ਾਂ ਤਾਂ ਹਨ ਬੇਪਨਾਹ, ਮੇਰੇ ਮੱਥੇ 'ਚ ਪਰ ਅਕਲ ਦਾ ਤਾਨਾਸ਼ਾ। ਸਭ ਆਵਾਜ਼ਾਂ ਸੁਣੂ ਕੁਛ ਚੁਣੂ ਫਿਰ ਬੁਣੂ। ਕਿਆ ਬਾਤ ਹੈ। ਫਿਰ ਬਿਆਨ ਆਪਣਾ ਕੋਈ ਜਾਰੀ ਕਰੂ। ਕਿਆ ਬਾਤ ਹੈ। ਇੱਕ ਸ਼ੇਰ ਹੈ। ਪਰਤੇ ਉਤਰੀ ਤਾਂ ਮੈਂ ਕਾਮ ਮੋਲੋਭ ਸਾਂ। ਕਿਆ ਬਾਤ ਹੈ। ਪਰਤੇ ਉਤਰੀ ਤਾਂ ਮੈਂ ਕਾਮ ਮੋਲੋਭ ਸਾਂ, ਹੋਰ ਉਤਰੀ ਤਾਂ ਜਲ ਖਾਕ ਅੱਗ ਪੌਣ ਸਾਂ। ਜਿਉਂਦੇ ਰਹੋ। ਕਿਆ ਬਾਤ ਹੈ। ਪਰਤੇ ਉਤਰੀ ਤਾਂ ਮੈਂ ਕਾਮ ਮੋਲੋਭ ਸਾਂ, ਹੋਰ ਉਤਰੀ ਤਾਂ ਜਲ ਖਾਕ ਅੱਗ ਪੌਣ ਸਾਂ। ਇਸ ਤੋਂ ਪਹਿਲਾਂ ਕਿ ਲੱਗਦਾ ਪਤਾ ਕੌਣ ਹਾਂ, ਹੋ ਗਿਆ ਹੋਂਦ ਆਪਣੀ ਤੋਂ ਹੀ ਸੁਰਖਰੂ। ਮੇਰੇ ਅੰਦਰ ਵੀ ਚਲਦੀ ਹੈ ਇੱਕ ਗੁਫ਼ਤਗੂ, ਜਿੱਥੇ ਲਫ਼ਜ਼ਾਂ 'ਚ ਟਲਦਾ ਹੈ ਮੇਰਾ ਲਹੂ। ਇਹ ਰੂਬਰੂ ਉਮੀਦ ਤਾਂ ਇਹੀ ਸਾਨੂੰ ਸੀ, ਔਰ ਅਸੀਂ ਚਾਹੁੰਦੇ ਹਾਂ ਕਿ ਇਹ ਰੂਬਰੂ ਇਸੇ ਤਰ੍ਹਾਂ ਚੱਲਦਾ ਰਹੇ ਔਰ ਇਹ ਸ਼ਾਇਰੀ ਦਾ ਦਰਿਆ ਇਸੇ ਤਰ੍ਹਾਂ ਵਗਦਾ ਰਹੇ, ਪਰ ਵਕਤ ਆਗਿਆ ਨਹੀਂ ਦਿੰਦਾ। ਤੁਸੀਂ ਆਕਾਸ਼ਵਾਣੀ ਦੇ ਸਟੂਡੀਓ 'ਚ ਆਏ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ, ਆਕਾਸ਼ਵਾਣੀ ਦਾ ਵੀ, ਸੁਣਨ ਵਾਲਿਆਂ ਦਾ ਵੀ।